ਸੁਨ ਮਨ ਅਕਥ ਕਥਾ ਹਰਨਾ। ਸਾਧ ਸੰਗਤ ਪਉ ਭਾਉ, ਸਹਿਜ ਬੈਰਾਗ ਹੈ। ਗੁਰਮੁਖ ਸਹਿਜ ਸੁਭਾਉ, ਸੁਰਤ ਸੋ ਜਾਗੁ ਹੈ। ਸਾਧ ਸੰਗਤ ਪਉ ਭਾਉ, ਸਹਿਜ ਬੈਰਾਗ ਹੈ। ਗੁਰਮੁਖ ਸਹਿਜ ਸੁਭਾਉ, ਸੁਰਤ ਸੋ ਜਾਗੁ ਹੈ। ਮਦਰ ਬਚਨ ਆਲਾਉ, ਹਉ ਮੈਂ ਤਿਆਗੁ ਹੈ। ਸਤਿਗੁਰ ਮਤਿ ਪਰਥਾਉ, ਸਦਾ ਅਨੁਰਾਗੁ ਹੈ। ਪਿਰਮ ਪਿਆਲੇ ਸਾਉ, ਮਸਤਕ ਭਾਗੁ ਹੈ। ਬ੍ਰਹਮ ਜੋਤ ਬ੍ਰਹਮਾਉ, ਗਿਆਨ ਚਰਾਗੁ ਹੈ। ਅੰਤਰ ਗੁਰਮਤਿ ਚਾਉ, ਅਲਿਪਤ ਅਦਾਗ ਹੈ। 20 21 ਚੜ੍ਹਾਉ, ਸਦਾ ਸੁਹਾਗੁ ਹੈ। ਅੰਤਰ ਗੁਰਮਤਿ ਚਾਉ, ਅਲਿਪਤ ਅਦਾਗ ਹੈ। 20 21 ਚੜ੍ਹਾਉ, ਸਦਾ ਸੁਹਾਗੁ ਹੈ। ਸਾਧ ਸੰਗਤ ਪਉ ਭਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਦੇ ਵਿੱਚ ਆ ਕੇ 2 ਘੜੀਆਂ ਬੈਠਣਾ, ਗੁਰੂ ਕੀ ਬਾਣੀ ਸੁਣਨੀ, ਪੜ੍ਹਨੀ, ਕਥਾ ਸੁਣ ਲੈਣੀ, ਇਹਦਾ ਬੜਾ ਵੱਡਾ ਲਾਭ ਹੈ। ਪੁੰਨ ਕਰਮ ਨੇ। ਪਰ ਆਪਾਂ ਦੇਖਦੇ ਹਾਂ ਹੁਣ ਸੰਗਤ ਦੇ ਕੋਲ ਬੈਠਣ ਦਾ ਸਮਾਂ ਹੀ ਨਹੀਂ ਹੈ ਕਿਸੇ ਕੋਲੇ ਵੀ ਸੰਗਤ ਵਿੱਚ ਆ ਕੇ ਬਹਿ ਜਾਈਏ। ਕਿਸੇ ਨੂੰ ਪੁੱਛੀਏ ਤਾਂ ਅੱਗੋਂ ਕਹਿੰਦਾ ਜੀ ਅਸੀਂ ਤਾਂ ਫਲਾਣਾ ਕੰਮ ਕਰਨਾ, ਉਹ ਕੰਮ ਕਰਨਾ, ਇਹ ਕੰਮ ਕਰਨਾ, ਸਾਡੇ ਕੋਲ ਟਾਈਮ ਨਹੀਂ ਹੈ ਅਤੇ ਸੰਗਤ ਵਿੱਚ ਹੀ ਨਹੀਂ ਆ ਕੇ ਬੈਠਦਾ। ਪਰ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਬੋਲ, ਸਤਿਗੁਰੂ ਜੀ ਕਹਿੰਦੇ ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਬਰ ਕਾਜ ਤੇਰੇ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤਾਂ ਫਰਮਾਉਂਦੇ ਕਿ ਐ ਮਨੁੱਖ, ਜਿਹੜੇ ਤੂੰ ਹੋਰ ਕੰਮਾਂ ਵਾਸਤੇ ਵਿਅਸਤ ਹੋਇਆ ਪਿਆ ਹੈ, ਕਹਿੰਦਾ ਮੇਰੇ ਕੋਲ ਸੰਗਤ 'ਚ ਆਉਣ ਦਾ ਟਾਈਮ ਨਹੀਂ ਹੈ। ਤੈਨੂੰ ਅਸੀਂ ਦੱਸਦੇ ਜਿਹੜੇ ਉਹ ਕੰਮ ਨੇ ਨਾ, ਉਹ ਗਾਂ ਅੱਗੇ ਦਰਗਾਹ 'ਚ ਕਿਸੇ ਕੰਮ ਨਹੀਂ ਆਉਣੇ। ਉੱਥੇ ਦਰਗਾਹ ਦੇ ਵਿੱਚ ਕੀਤੀ ਹੋਈ ਸਤ ਸੰਗਤ ਔਰ ਜਪਿਆ ਹੋਇਆ ਨਾਮ, ਇਹੀ ਕੰਮ ਆਵੇਗਾ। ਸੰਗਤ ਤੋਂ ਬਿਨਾਂ, ਨਾਮ ਤੋਂ ਬਿਨਾਂ ਜਿਹੜਾ ਲਿਆ ਹੋਇਆ ਸਾਡਾ ਸਵਾਸ ਵੀ ਹੈ, ਉਹ ਵੀ ਖਾਲੀ ਤੁਰਿਆ ਜਾ ਰਿਹਾ ਹੈ, ਉਹਦਾ ਵੀ ਕੋਈ ਲਾਭ ਨਹੀਂ ਹੈ। ਤੋ ਸੰਗਤ ਦੇ ਵਿੱਚ ਆ ਕੇ ਸਾਧ ਸੰਗਤ ਜੀ ਬਹੁਤ ਸਾਰੇ ਕਹਿ ਲਓ ਸਾਨੂੰ ਲਾਭ ਮਿਲਦੇ। ਸਾਡੇ ਸਵਾਸ ਸਫਲੇ, ਸਾਡਾ ਇਹ ਸਮਾਂ ਸਫਲਾ, ਸਾਡਾ ਜੀਵਨ ਸਫਲਾ, ਗੁਰੂ ਦੇ ਦਰ ਘਰ ਦੇ ਵਿੱਚ ਹਾਜ਼ਰੀ ਲੱਗਦੀ ਹੈ, ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਸਾਨੂੰ ਮਿਲਦਾ ਹੈ। ਅਤੇ ਜਿਹੜਾ ਮਨੁੱਖ ਸੰਗਤ ਵਿੱਚ ਆ ਹੀ ਨਹੀਂ ਸਕਦਾ ਅਤੇ ਉਹ ਸਮਝੋ ਇੰਨੇ ਲਾਭ ਤੋਂ ਪਿੱਛੇ ਰਹਿ ਗਿਆ ਹੈ, ਖਾਲੀ ਰਹਿ ਗਿਆ ਹੈ। ਇਸ ਕਰਕੇ ਸੰਗਤ ਵਿੱਚ ਬੈਠ ਕੇ ਜੋ ਇਹ ਗੁਰੂ ਕਾ ਜਸ ਹੈ, ਬਾਣੀ ਹੈ, ਇਹ ਮਹਾਰਾਜ ਜੀ ਨੇ ਸਾਡੇ ਵਾਸਤੇ ਹੀ ਲਿਖੀ ਹੋਈ ਹੈ, ਮਨੁੱਖਾਂ ਵਾਸਤੇ, ਮਨੁੱਖ ਦੀ ਕਲਿਆਣ ਹੋਵੇ। ਮਨੁੱਖਤਾ ਦੀ ਕਲਿਆਣ ਵਾਸਤੇ ਹੀ
ਆ ਕੀਰਤਨ ਕਥਾ ਆਦਿਕ ਜਿਹੜੇ ਹੋ ਰਹੇ ਨੇ, ਪਰ ਜੇ ਮਨੁੱਖ ਹੀ ਨਹੀਂ ਆ ਕੇ ਸੁਣੇਗਾ ਤਾਂ ਫਿਰ ਕਿਹਨੂੰ ਸੁਣਾਉਣਾ। ਗੁਰੂ ਸਾਹਿਬ ਜੀ ਤਾਂ ਖੁਦ ਨਿਰੰਕਾਰ ਨੇ, ਅਤੇ ਨਿਰੰਕਾਰ ਦੀ ਸਿਫਤ ਨਿਰੰਕਾਰ ਨੂੰ ਕੀ ਸੁਣਾਈਏ। ਉੱਦਾਂ ਖੁਦ ਸਿਫਤਾਂ ਦੇ ਭੰਡਾਰੇ ਹਨ, ਤਾਂ ਉਹਨਾਂ ਨੂੰ ਸੁਣਾਉਣ ਦਾ ਵੀ ਤਾਂ ਬੇਅੰਤ ਲਾਭ ਹੈ ਹੀ। ਉਹ ਤਾਂ ਕਥਨ ਕਹਿਣ ਤੋਂ ਪਰੇ ਹੈ। ਬਹੁਤ ਸਾਰੇ ਗੁਰਸਿੱਖ ਗੁਰਮੁਖ ਪਿਆਰੇ ਉਹ ਕੀਰਤਨ ਕਰਨ ਵਾਲੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਇਕੱਲੇ ਹੀ ਗੁਰੂ ਗ੍ਰੰਥ ਸਾਹਿਬ ਨੂੰ ਕੀਰਤਨ ਸੁਣਾਈ ਜਾਂਦੇ ਹੁੰਦੇ ਸਨ। ਕਈ ਇਹੋ ਜਿਹੇ ਸਤਿਪੁਰਸ਼ ਜਿਹੜੇ ਆਪਣੀ ਕਥਾ ਇਕੱਲੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਣਾਈ ਜਾਂਦੇ ਹੁੰਦੇ ਸਨ। ਪਰ ਉਸ ਸਮੇਂ ਤਾਂ ਕਹਿ ਲਓ ਕੋਈ ਟਾਵੇਂ ਟਾਵੇਂ ਮਹਾਂਪੁਰਸ਼ ਸੀ, ਪਰ ਅੱਜ ਤਾਂ ਬਹੁਤ ਥਾਵਾਂ 'ਤੇ ਬਹੁਤ ਸਾਰੇ ਕਥਾਕਾਰ, ਬਹੁਤ ਸਾਰੇ ਗ੍ਰੰਥੀ ਸਿੰਘ ਇਕੱਲੇ ਹੀ ਬਸ ਗੁਰੂ ਨਾਲ ਹੀ ਗੱਲਾਂ ਕਰੀ ਜਾਂਦੇ। ਸੰਗਤ ਕਹਿੰਦੀ ਨਹੀਂ ਸਾਡੇ ਕੋਲ ਸਮਾਂ ਹੈ ਨਹੀਂ। ਗੁਰੂ ਘਰ ਤਾਂ ਬਣ ਗਏ, ਬਹੁਤ ਵੱਡੇ ਬਣ ਗਏ। ਹੁਣ ਗੁਰੂ ਘਰ ਦੇ ਵਿੱਚ ਇੱਥੇ ਕੰਧਾਂ 'ਤੇ ਪੱਥਰ ਲਾ ਤਾ, ਟਾਈਲਾਂ ਲਾ ਦਿੱਤੀਆਂ। ਹੁਣ ਇਹਨਾਂ ਪੱਥਰਾਂ ਨੂੰ ਟਾਈਲਾਂ ਨੂੰ ਕੀ ਸੁਣਾਈਏ। ਮਨੁੱਖ ਹੀ ਹੈ ਜਿਹਨੂੰ ਮਹਾਰਾਜ ਨੇ ਕਿਹਾ ਆਇਓ ਸੁਣਨ ਪੜ੍ਹਨ ਕਉ ਬਾਣੀ। ਪਰ ਮਨੁੱਖ ਕਹਿੰਦਾ ਮੈਂ ਆਪਣੇ ਕੰਮਾਂ 'ਚ ਇੰਨਾ ਜ਼ਿਆਦਾ ਬਿਜੀ ਹਾਂ ਕਿ ਮੇਰੇ ਕੋਲ ਇੱਧਰ ਆਉਣ ਦਾ ਟਾਈਮ ਹੈ ਨਹੀਂ। ਅਤੇ ਭਲਿਆ ਉਹ ਜਿਹੜਾ ਤੂੰ ਬਤੀਤ ਕੀਤਾ ਕੰਮ, ਜਿਵੇਂ ਕਬੀਰ ਸਾਹਿਬ ਜੀ ਕਹਿੰਦੇ ਕਿ ਜਿਹੜੇ ਤੂੰ ਹੋਰ ਕੰਮ ਕੀਤੇ ਨੇ ਅਨੇਕਾਂ ਦੁਨੀਆ ਦੇ ਵਿੱਚ, ਅਨੇਕਾਂ ਵਿਸ਼ੇ ਮਾਣੇ ਹੈ, ਉਹਨਾਂ ਸਾਰਿਆਂ ਨੂੰ ਇਕੱਠਿਆਂ ਕਰਕੇ ਅਤੇ ਕਿਸੇ ਬਾਣੀ ਦੀ ਦੁਕਾਨ 'ਤੇ ਜਾ, ਉਹਨਾਂ ਨੂੰ ਕਹੋ ਕਿ ਸਾਨੂੰ ਉਹ ਸਾਰੇ ਜਿੰਨੇ ਅਸੀਂ ਵਿਸ਼ੇ ਮਾਣੇ ਹੈ, ਕੰਮ ਹੋਰ ਕੀਤੇ ਹੈ, ਉਹਨਾਂ ਦੇ ਬਦਲੇ ਕੁਝ ਗੁੜ ਦੀ ਭੇਲੀ ਦੇ ਦੇ। ਅਤੇ ਉਹਨੇ ਗੁੜ ਦੀ ਭੇਲੀ ਵੀ ਨਹੀਂ ਦੇਣੀ। ਕਹਿੰਦੇ ਫਿਰ ਦੱਸੋ ਸਾਡੇ ਇੰਨੇ ਵੱਡੇ ਕੰਮ ਕਾਹਦੇ ਕੰਮ ਆਏ। ਜਿੱਥੇ ਪ੍ਰਮਾਤਮਾ ਦਾ ਭਾਈ ਨਾਮ ਜਪਿਆ ਹੋਵੇ ਉੱਥੇ ਹੀ ਜੀਵਨ ਸਫਲ ਹੋਣਾ ਹੈ। ਇਹ ਸਤ ਸੰਗਤ ਹੈ ਜੋ ਸਾਨੂੰ ਪ੍ਰਮਾਤਮਾ ਦੇ ਨਾਮ ਜਪਣ ਦਾ ਇੱਕ ਸਮਾਂ ਮਹਾਰਾਜ ਨੇ ਨਿਰਧਾਰਿਤ ਕਰ ਦਿੱਤਾ ਕਿ ਠੀਕ ਹੈ ਭਾਈ, ਤੇਰੀ ਜ਼ਿੰਦਗੀ ਦੇ ਬਾਕੀ ਜਿਹੜੇ ਸਮੇਂ ਨੇ ਉਹ ਸਾਰੇ ਤੂੰ ਆਪਣੇ ਬਾਕੀ ਕੰਮਾਂ 'ਚ ਲੰਘਾ, ਪਰ 8 ਪਹਿਰਾਂ ਦੇ ਵਿੱਚੋਂ ਇੱਕ ਜਿਹੜਾ ਪਹਿਰ ਹੈ ਉਹ ਤਾਂ ਤੈਨੂੰ ਇੱਧਰ ਲਾਉਣਾ ਚਾਹੀਦਾ ਰੱਬ ਵਾਲੇ ਪਾਸੇ ਨੂੰ। ਸੱਤੀ ਪਹਿਰੀ ਸੱਤ ਭਲਾ, ਬਹੀਏ ਪੜ੍ਹਿਆ ਪਾਸ। 7 ਪਹਿਰ ਨੇ ਚੰਗੇ ਹੈ, ਜਿੱਦਣ ਮਰਜ਼ੀ ਤੂੰ ਲਾ ਆਪਣੇ ਕੰਮ ਕਰ, ਨਹਾ ਧੋ, ਖੇਤੀਬਾੜੀ ਕਾਰੋਬਾਰ ਕਰ, ਪਰੰਤੂ ਜਿਹੜਾ ਇੱਕ ਤੇਰਾ ਪਹਿਰ ਹੈ 8ਵਾਂ, ਉਹ 8ਵੇਂ ਪਹਿਰ ਦੇ ਵਿੱਚ ਆ ਕੇ ਗੁਰਮੁਖਾਂ ਦੀ ਸੰਗਤ ਵਿੱਚ ਬਹਿ ਜਾ। ਗੁਰੂ ਕੀ ਸੰਗਤ ਸਜੀ ਹੋਈ ਹੈ, ਉੱਥੇ ਆ ਕੇ ਬਹਿ, ਸਿਮਰਨ ਕਰ, ਨਾਮ ਜਪ, ਬਾਣੀ ਸੁਣ, ਬਾਣੀ ਪੜ੍ਹ, ਕੀਰਤਨ ਸੁਣ, ਕਥਾ ਵਾਰਤਾ ਸੁਣ, ਸ਼ਬਦ ਦੀ ਵਿਚਾਰ ਵਿੱਚ ਜੁੜ। ਇਹ ਜਿਹੜਾ ਇੱਕ ਪਹਿਰ ਹੈ ਨਾ, ਇਹ ਤੈਨੂੰ ਗੁਰੂ ਨੂੰ ਦੇਣਾ ਚਾਹੀਦਾ ਹੈ। ਬਾਕੀ 7 ਪਹਿਰ ਤੇਰੇ ਹੀ ਹੈ। ਕਹਿ ਲਓ 21 ਘੰਟੇ ਤੇਰੇ ਕੋਲ ਹੀ ਹੈ ਬੰਦਿਆ, ਜੋ ਮਰਜ਼ੀ ਕਰੀ ਜਾ, ਸੁੱਤਾ ਰਹਿ, ਨਹਾ ਲੈ, ਕਾਰੋਬਾਰ ਕਰ ਲੈ, ਪਰ ਇਹਦੇ ਵਿੱਚੋਂ ਇੱਕ ਪਹਿਰ ਤਾਂ ਦੇ ਨਾ। ਜੇ ਤੂੰ ਇੱਕ ਪਹਿਰ ਵੀ ਇੱਧਰ ਨਹੀਂ ਦੇ ਸਕਦਾ ਹੈ ਤਾਂ ਫਿਰ ਤੂੰ ਮਨੁੱਖ ਕਾਹਦਾ ਹੈ। ਤੂੰ ਤਾਂ ਫਿਰ ਅਕਿਰਤਗਣ ਬਣ ਗਿਆ। ਆ ਪ੍ਰਮਾਤਮਾ ਨੇ ਜਿਹਨੇ ਤੈਨੂੰ ਪੈਦਾ ਕੀਤਾ ਹੈ, ਅਤੇ ਉਸ ਸਮੇਂ ਜਦੋਂ ਪੇਟ ਵਿੱਚ ਸਾਂ ਮਾਤਾ ਦੇ ਪੁੱਠਾ ਲਟਕਦਾ ਹੋਇਆ ਉਰਦ ਧਿਆਨ ਲਿਵ ਲਾਗਾ, ਪੁੱਠੇ ਦਾ ਤੇਰਾ ਧਿਆਨ ਸੁਰਤ ਜੁੜੀ ਹੋਈ ਸੀ। ਅਰਦਾਸਾਂ ਕਰਦਾ ਸੈਂ ਜੀ ਮੈਨੂੰ ਇੱਥੋਂ ਕੱਢੋ ਬਾਹਰ, ਮੈਂ ਆਪਣੀ ਜ਼ਿੰਦਗੀ ਦਾ, ਆਪਣੇ ਹਰੇਕ ਦਿਨ ਦਾ ਦਸਵੰਧ ਤੁਹਾਨੂੰ ਭੇਟਾ ਕਰਾਂਗਾ। ਉਹ ਆ ਕੇ ਬੰਦਾ ਸਾਧ ਸੰਗਤ ਜੀ ਫਿਰ ਮੁੱਕਰ ਗਿਆ। ਉਹ ਆਪਣਾ ਦਸਵੰਧ ਹੀ ਨਹੀਂ ਦੇ ਕੇ ਰਾਜੀ। ਤੋ ਇੱਦਾਂ ਦੀ ਕੁਝ ਮਨੁੱਖ ਦੀ ਭਾਈ ਹਾਲਤ ਹੋ ਗਈ ਹੈ। ਸੰਗਤ ਨਹੀਂ ਕਰਕੇ ਰਾਜੀ ਹੈ। ਜੇ ਸਤ ਸੰਗਤ ਕਰੇ ਕਿੱਡਾ ਵੱਡਾ ਉਹਨੂੰ ਲਾਭ ਮਿਲੇ, ਉਹ ਕਰਕੇ ਰਾਜੀ ਨਹੀਂ, ਜਿਹਦੇ ਕਰਕੇ ਜ਼ਿੰਦਗੀ ਘਾਟੇ 'ਚ ਚਲੀ ਜਾਂਦੀ ਹੈ। ਉਹ ਤਾਂ ਜਿਹਾ ਆਇਆ ਤਿਹਾ ਨਾ ਆਇਆ ਮਨੁੱਖਾ ਜਨਮ ਦੇ ਵਿੱਚ। ਐਡਾ ਵੱਡਾ ਮਨੁੱਖਾ ਅਵਤਾਰ ਦੁਰਲੱਭ ਤੇ ਹੀ ਸੰਗਤ ਪੋਚ। ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਭਾਈ ਮਨੁੱਖਾ ਅਵਤਾਰ ਮਨੁੱਖਾ ਜਨਮ ਵਿੱਚ ਆਉਣਾ ਬੜਾ ਦੁਰਲੱਭ ਸੀ, ਪਰ ਇਹ ਬੰਦੇ ਤੂੰ ਦੁਬਾਰਾ ਉਹੀ ਵਿਕਾਰਾਂ ਦੀ ਸੰਗਤ ਵਿੱਚ ਹੀ ਨੀਚਪੁਣਾ ਕਰਦਾ ਰਿਹਾ। ਜਿਹੜੇ ਵਿਸ਼ੇ ਵਿਕਾਰ ਦੂਜੀਆਂ ਜੂਨਾਂ ਵਿੱਚ ਵੀ ਭੋਗੇ, ਉਹੀ ਤੂੰ ਇਸ ਮਨੁੱਖਾ ਜਨਮ 'ਚ ਭੋਗੀ ਜਾ ਰਿਹਾ ਹੈ। ਅਤੇ ਫਿਰ ਤੇਰਾ ਫਰਕ ਕੀ ਰਹਿ ਗਿਆ।
ਮਨੁੱਖਾ ਜਨਮ ਦੇ ਵਿੱਚ ਤੂੰ ਸਤ ਸੰਗਤ 'ਚ ਆਉਣਾ ਸੀ, ਇੱਥੋਂ ਆਪਣੇ ਜੀਵਨ ਦੀ ਸੇਧ ਲੈਣੀ ਸੀ, ਪਰਮਾਤਮਾ ਦੀ ਬੰਦਗੀ ਦੇ ਵਿੱਚ ਜੁੜਨਾ ਸੀ, ਉਹ ਤੂੰ ਸੇਧ ਨਹੀਂ ਲੈ ਸਕਿਆ। ਸਾਰੀ ਜ਼ਿੰਦਗੀ ਤੇਰੀ ਐਂ ਗੁਜ਼ਰ ਗਈ ਹੈ। ਇਹਦਾ ਕਾਰਨ ਸੰਗਤ ਜੀ ਕਿਤੇ ਨਾ ਕਿਤੇ ਇਹ ਵੀ ਹੈ ਕਿ ਮਨੁੱਖ ਦਾ ਸੁਭਾਅ ਹੈ, ਇਹਦੀ ਫਿਤਰਤ ਬਣ ਗਈ ਹੈ, ਇਹ ਲਾਭ ਦਾ ਸੌਦਾ ਦੇਖਦਾ ਵੀ ਜਿੱਥੋਂ ਕੁਝ ਨਫਾ ਮਿਲਦਾ ਹੋਵੇ ਨਾ, ਲਾਭ ਮਿਲਦਾ ਹੋਵੇ, ਉੱਥੇ ਚਾਹੇ ਇੱਕ ਦੇਸ਼ ਛੱਡ ਕੇ ਦੂਜੇ ਦੇਸ਼ ਵੀ ਜਾਣਾ ਪਵੇ, ਬੰਦਾ ਜਾਂਦਾ। ਠੀਕ ਹੈ, ਮਨੁੱਖਾਂ ਨੂੰ ਤਰੱਕੀ ਵਾਸਤੇ, ਸਮਾਜਿਕ ਤਰੱਕੀ ਵਾਸਤੇ, ਪਰਿਵਾਰਕ ਤਰੱਕੀ ਵਾਸਤੇ ਗਾਂਹ ਵਧਣਾ ਚਾਹੀਦਾ ਹੈ। ਜੇ ਇੱਕ ਕਾਰੋਬਾਰ ਦੇ ਨਾਲ ਨਹੀਂ ਸਰਦਾ ਹੈ ਤਾਂ ਫਿਰ 2-3 ਬੰਦਾ ਕਾਰੋਬਾਰ ਕਰ ਲੈਂਦਾ, ਜਿਹਦੇ ਨਾਲ ਗੁਜ਼ਾਰਾ ਉਹਦਾ ਵਧੀਆ ਚੱਲ ਪੈਂਦਾ, ਸਮਾਜ ਵਿੱਚ ਵੀ ਚੰਗੀ ਮਾਣ ਵਡਿਆਈ ਪ੍ਰਾਪਤ ਕਰ ਲੈਂਦਾ ਹੈ। ਇਹ ਸੁਭਾਅ ਹੈ। ਪਰ ਉਹ ਇਹ ਨਹੀਂ ਜਾਣਦਾ ਮਨੁੱਖ, ਇਹ ਪੜ੍ਹਦਾ ਪੈ ਗਿਆ ਵੀ ਜਿਹੜਾ ਇਹ ਦੁਨਿਆਵੀ ਕੰਮਾਂ ਦੇ ਵਿੱਚ ਮਾਣ ਵਡਿਆਈ ਪ੍ਰਾਪਤ ਹੋਣੀ ਹੈ, ਇਹ ਕੇਵਲ ਤੇ ਕੇਵਲ ਇੱਥੋਂ ਤੱਕ ਹੈ। ਉਹ ਵੀ ਓਨਾ ਚਿਰ ਹੈ ਜਿੰਨਾ ਚਿਰ ਆਪਾਂ ਉਹ ਕੰਮਕਾਰ ਕੋਈ ਕਰਦੇ ਹਾਂ, ਪੈਸਾ ਆਉਂਦਾ ਦਿਸਦਾ ਹੈ। ਅਤੇ ਜਦੋਂ ਆਪਾਂ ਕੰਮਕਾਰ ਛੱਡ ਬੈਠੇ ਅਤੇ ਜਿਨ੍ਹਾਂ ਵਾਸਤੇ ਕੀਤਾ ਸੀ, ਮੁੜ ਕੇ ਉਹੀ ਸਾਧ ਸੰਗਤ ਜੀ ਪਾਣੀ ਨਹੀਂ ਪੁੱਛਦੇ, ਇਹ ਵੀ ਹਾਲਤ ਹੋ ਜਾਂਦੀ ਹੈ ਨਾ। ਤਾਂ ਫਿਰ ਅਸਲੀ ਲਾਭ ਸਤ ਸੰਗਤ ਦੇ ਵਿੱਚ ਹੈ। ਹੁਣ ਪੁੱਛੋ ਜੀ ਇੱਥੇ ਕੀ ਲਾਭ ਮਿਲ ਜਾਂਦਾ, ਤਾਂ ਆਓ ਭਾਈ ਗੁਰਦਾਸ ਸਾਹਿਬ ਜੀ ਨੂੰ ਆਪਾਂ ਪੁੱਛੀਏ, ਕਿਉਂਕਿ ਆਪਣੇ ਵਿੱਚ ਤਾਂ ਕਿੰਨੀ ਕੁ ਕਿਤੇ ਮਾਨਸਿਕਤਾ ਹੋਵੇਗੀ, ਬੁੱਧੀ ਦੇ ਵਿੱਚ ਵਿਚਾਰ ਹੋਏਗੀ ਕਿ ਆਪਾਂ ਆਪਣੇ ਤਰੀਕੇ ਨਾਲ ਕਹਿ ਸਕੀਏ ਜੀ ਇੱਥੇ ਮਿਲੂ, ਇੱਥੇ ਆਹ ਮਿਲੂ। ਜਿਨ੍ਹਾਂ ਨੇ ਸਤ ਸੰਗਤ ਕੀਤੀ ਹੈ ਖੁਦ ਗੁਰੂ ਸਾਹਿਬਾਨਾਂ ਦੀ, ਅਤੇ ਸੰਗਤ ਦੇ ਵਿੱਚੋਂ ਜੋ ਉਹਨਾਂ ਨੂੰ ਫਲ ਮਿਲਿਆ, ਜੋ ਉਹਨਾਂ ਨੇ ਪ੍ਰਾਪਤ ਕੀਤਾ ਹੈ, ਜੋ ਸਮੇਂ ਦੇ ਗੁਰਮੁਖ ਸਿੱਖਾਂ ਨੇ ਪ੍ਰਾਪਤ ਕੀਤਾ ਗੁਰੂ ਕੀ ਸੰਗਤ ਵਿੱਚੋਂ, ਉਹ ਭਾਈ ਗੁਰਦਾਸ ਸਾਹਿਬ ਜੀ ਅੱਜ ਦੀ ਇਸ ਪੌੜੀ ਦੇ ਅੰਦਰ ਕਥਨ ਕਰ ਰਹੇ ਹਨ, ਜਿਸ ਪੌੜੀ ਦਾ ਆਪ ਜੀਆਂ ਨੇ ਪਹਿਲਾਂ ਮੂਲ ਪਾਠ ਸਰਵਣ ਕੀਤਾ। ਤੀਸਰੀ ਵਾਰ ਦੀ 13ਵੀਂ ਪੌੜੀ ਆਰੰਭ ਹੋ ਰਹੀ ਹੈ। ਆਓ ਸ਼ਰਧਾ ਦੇ ਨਾਲ ਸਰਵਣ ਕਰੀਏ। ਫਰਮਾਉਂਦੇ ਨੇ, ਸਾਧ ਸੰਗਤ ਭਉ ਭਾਉ ਸਹਿਜ ਬੈਰਾਗ ਹੈ। ਸੁਣੋ ਭਾਈ ਗੁਰਦਾਸ ਜੀ ਦੇ ਪਾਸੋਂ ਕਿ ਸਾਧ ਸੰਗਤ ਦੇ ਵਿੱਚ ਕੀ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਭਾਈ ਸਾਧ ਸੰਗਤ ਦੇ ਵਿੱਚ ਭਾਉ ਪਰਮਾਤਮਾ ਦਾ ਨਿਰਮਲ ਭਾਉ ਹੈ। ਮਨੁੱਖਾਂ ਦੇ ਅੰਦਰੋਂ ਸੰਗਤ ਜੀ ਰੱਬ ਦਾ ਡਰ ਖਤਮ ਹੋ ਗਿਆ। ਜਿਸ ਬੰਦੇ ਦੇ ਅੰਦਰੋਂ ਕਹਿ ਲਓ ਕਿਸੇ ਦਾ ਡਰ ਖਤਮ ਹੋ ਜਾਵੇ, ਜਿਵੇਂ ਪਰਿਵਾਰ ਹੈ, ਪਰਿਵਾਰ ਵਿੱਚੋਂ ਬੱਚੇ ਦੇ ਮਨ ਅੰਦਰੋਂ ਆਪਣੇ ਮਾਂ-ਬਾਪ ਦਾ ਡਰ ਖਤਮ ਹੋ ਜਾਵੇ, ਉਹ ਬੱਚੇ ਵਿਗੜ ਜਾਂਦੇ ਹਨ। ਜਿਸ ਮਨੁੱਖ ਦੇ ਪਾਸੋਂ, ਇਨਸਾਨ ਦੇ ਪਾਸੋਂ ਕੋਲੋਂ ਕਹਿ ਲਓ ਕਿ ਸਮਾਜ ਦਾ ਡਰ ਖਤਮ ਹੋ ਗਿਆ, ਪੁਲਿਸ ਆਦਿਕ ਦਾ ਡਰ ਖਤਮ ਹੋ ਗਿਆ, ਉਹ ਮਨੁੱਖ ਜਿਹੜੇ ਹੈ ਸਮਾਜਿਕ ਤੌਰ ਦੇ ਉੱਤੇ ਵਿਗੜ ਜਾਂਦੇ ਹਨ। ਉਹ ਬੜੀਆਂ ਫਿਰ ਵੱਧ ਫੈਲੀਆਂ ਕੁਰੀਤੀਆਂ ਕਰਦੇ ਹਨ। ਅਤੇ ਜਿਨ੍ਹਾਂ ਦੇ ਮਨਾਂ ਦੇ ਅੰਦਰ, ਬੱਚਿਆਂ ਦੇ ਮਨਾਂ ਅੰਦਰ ਜੇ ਮਾਂ ਪਿਓ ਦਾ ਡਰ ਹੈ, ਉਹਨਾਂ ਦੇ ਮਨਾਂ ਅੰਦਰ ਆਪਣੇ ਮਾਂ-ਬਾਪ ਦਾ ਪਿਆਰ ਵੀ ਹੈ। ਹਰ ਸਮੇਂ ਇੱਛਾ ਰਹਿੰਦੀ ਕਿ ਇਹਨਾਂ ਮਾਂ-ਬਾਪ ਨੇ ਸਾਡੇ ਵਾਸਤੇ ਕਿੰਨੇ ਦੁੱਖ ਝੱਲੇ ਨੇ, ਹੁਣ ਅਸੀਂ ਚੰਗੇ ਤਰੀਕੇ ਦੇ ਨਾਲ ਸੋਹਣਾ ਪੜ੍ਹ ਲਿਖ ਕੇ ਚੰਗੀਆਂ ਨੌਕਰੀਆਂ ਲੱਗ ਕੇ ਇਹਨਾਂ ਨੂੰ ਸੁੱਖ ਦੇਵਾਂਗੇ। ਜੇ ਉਹਨਾਂ ਦੇ ਅੰਦਰ ਮਾਂ ਪਿਓ ਪ੍ਰਤੀ ਡਰ ਹੈ, ਪ੍ਰੇਮ ਹੈ। ਇਸੇ ਤਰ੍ਹਾਂ ਸਮਾਜਿਕ ਤੌਰ ਦੇ ਉੱਤੇ ਜੇ ਕਿਸੇ ਮਨੁੱਖ ਦੇ ਅੰਦਰ ਸਮਾਜ ਦਾ ਕੋਈ ਭੈ ਹੈ, ਤਾਂ ਉਹ ਬੰਦਾ ਸਮਾਜ ਨੂੰ ਸੋਹਣਾ ਬਣਾਉਣ ਦਾ ਯਤਨ ਕਰੇਗਾ। ਅਤੇ ਜੇ ਉਹਦੇ ਅੰਦਰੋਂ ਸਮਾਜ ਦਾ ਭੈ ਖਤਮ ਹੋ ਗਿਆ, ਤਾਂ ਫਿਰ ਉਹ ਸਮਾਜ ਨੂੰ ਹਰ ਸਮੇਂ ਹਾਨੀ ਹੀ ਪਹੁੰਚਾਉਂਦਾ ਰਹਿੰਦਾ ਹੈ। ਸਮਾਜ ਦਾ ਨੁਕਸਾਨ ਹੀ ਨੁਕਸਾਨ ਇਹ ਕਰਨਾ ਚਾਹੁੰਦਾ ਹੈ। ਇਹੋ ਜਿਹਾ ਇਹਦਾ ਮਨੁੱਖ ਦਾ ਸੁਭਾਅ ਬਣ ਜਾਂਦਾ। ਤਿਵੇਂ ਹੀ ਜਿਹਨੂੰ ਪਰਮੇਸ਼ਰ ਦਾ ਡਰ ਵਿਸਰ ਗਿਆ, ਉਹਨੂੰ ਸਾਧ ਸੰਗਤ ਜੀ ਕਹਿ ਲਓ ਕਿ ਰੱਬ ਦਾ ਚੇਤਾ ਹੀ ਨਹੀਂ ਜਦੋਂ ਆਉਣਾ, ਉਹਨੇ ਆਪਣਾ ਕਹਿ ਲਓ ਜੀਵਨ ਹੀ ਸਾਰਾ ਖਰਾਬ ਕਰ ਲਿਆ ਹੈ।
ਪਰਿਵਾਰ ਦੇ ਵਿੱਚ ਪਰਿਵਾਰ ਦਾ ਡਰ ਖਤਮ ਹੋਣ ਦੇ ਨਾਲ ਪਰਿਵਾਰ ਦਾ ਨੁਕਸਾਨ ਕਰੇਗਾ। ਸਮਾਜ ਵਿੱਚੋਂ ਸਮਾਜ ਦਾ ਡਰ ਖਤਮ ਹੋਣ ਦੇ ਨਾਲ ਬੰਦਾ ਸਮਾਜ ਦਾ ਨੁਕਸਾਨ ਕਰੇਗਾ। ਪਰੰਤੂ ਹਿਰਦੇ ਦੇ ਵਿੱਚੋਂ ਰੱਬ ਦੇ ਵਿਸਰਣੇ ਕਰਕੇ ਰੱਬ ਦਾ ਤਾਂ ਕੀ ਨੁਕਸਾਨ ਕਰੇਗਾ, ਸਗੋਂ ਪਾਏ ਕੁਹਾੜਾ ਮਾਰਿਆ ਗਾਫਿਲ ਆਪਣੇ ਹਾਥ। ਮਨੁੱਖ ਆਪਣੀ ਹੀ ਜ਼ਿੰਦਗੀ ਤਬਾਹ ਕਰ ਜਾਂਦਾ ਹੈ। ਪਰਮਾਤਮਾ ਨੂੰ ਚੇਤੇ ਕਰਕੇ ਆਪਣਾ ਜੀਵਨ ਸਫਲ ਬਣਾਉਣਾ ਸੀ, ਪਰ ਜਦੋਂ ਰੱਬ ਦਾ ਡਰ ਹੀ ਵਿਸਰ ਗਿਆ ਤੇ ਰੱਬ ਦੀ ਚੇਤੇ, ਰੱਬ ਦੀ ਯਾਦ ਕਿੱਥੇ ਆਉਣੀ। ਤੇ ਰੱਬ ਦੀ ਯਾਦ ਹੀ ਨਾ ਆਈ ਤੇ ਫਿਰ ਆਪਣਾ ਜਿਹੜਾ ਜੀਵਨ ਹੈ ਵਿਕਾਰਾਂ ਦੀ ਦਲਦਲ ਦੇ ਵਿੱਚ ਹੀ ਖੁੱਭ ਜਾਂਦਾ ਤੇ ਉੱਥੇ ਖਤਮ ਹੋ ਜਾਂਦਾ, ਗਰਕ ਹੋ ਜਾਂਦਾ ਮਨੁੱਖ ਦੁਬਾਰਾ 84 ਦੇ ਗੇੜ ਅੰਦਰ। ਤੇ ਹੁਣ ਇਹ ਜਿਹੜਾ ਭੈ ਹੈ ਪ੍ਰਮਾਤਮਾ ਦਾ, ਇਹ ਮਿਲੇ ਕਿੱਥੋਂ ਜੀ? ਤਾਂ ਭਾਈ ਗੁਰਦਾਸ ਜੀ ਕਹਿੰਦੇ ਸਾਧ ਸੰਗਤ ਭਾਉ। ਇਹ ਸਾਧ ਸੰਗਤ ਦੇ ਵਿੱਚੋਂ ਰੱਬ ਦਾ ਡਰ ਪ੍ਰਾਪਤ ਹੋਵੇਗਾ। ਇਹ ਜਿਹੜਾ ਨਿਰਮਲ ਡਰ ਹੈ ਨਾ ਪ੍ਰਮਾਤਮਾ ਦਾ, ਨਿਰਮਲ ਭਾਉ ਪਾਇਆ ਹਰ ਗੁਣ ਗਾਇਆ, ਹਰ ਵੇਖੈ ਰਾਮ ਹਦੂਰੇ। ਇਹ ਨਿਰਮਲ ਭਾਉ ਹੈ, ਉੱਜਲ ਭਾਉ। ਇਹ ਭੂਤਾਂ ਪ੍ਰੇਤਾਂ ਵਾਂਗ ਡਰਾਉਣ ਵਾਲਾ ਨਹੀਂ ਹੈ ਵੀ ਬੰਦੇ ਨੇ ਕਿਤੇ ਡਰੀ ਜਾਣਾ, ਕਿਤੇ ਕੋਨੇ 'ਚ ਬਹਿ ਕੇ ਕੰਬੀ ਜਾਣਾ ਵੀ ਮੈਨੂੰ ਆਹ ਡਰ ਲੱਗਦਾ, ਉੱਠ ਕੇ ਬਾਹਰ ਨਾ ਜਾਣਾ। ਉਹ ਡਰ ਨਹੀਂ ਹੈ ਪ੍ਰਮਾਤਮਾ ਦਾ। ਇਹ ਡਰ ਜੋ ਆਪਣੇ ਮਨ ਦੇ ਅੰਦਰ ਪ੍ਰਮਾਤਮਾ ਪ੍ਰਤੀ ਇੱਕ ਸਤਿਕਾਰ ਪੈਦਾ ਕਰਦਾ ਹੈ, ਇਹ ਡਰ ਜੋ ਪ੍ਰਮਾਤਮਾ ਦੀ ਯਾਦ ਸਾਡੇ ਹਿਰਦੇ ਦੇ ਅੰਦਰ ਭਰ ਦਿੰਦਾ ਹੈ। ਇਹ ਡਰ ਬੜਾ ਪਵਿੱਤਰ ਹੈ ਜੋ ਸਾਡੇ ਜੀਵਨ ਨੂੰ ਵੀ ਪਵਿੱਤਰ ਕਰ ਦਿੰਦਾ, ਸਾਡੇ ਮਨ ਨੂੰ ਵੀ ਉੱਜਲ ਕਰ ਦਿੰਦਾ ਹੈ। ਐਸਾ ਇਹ ਪ੍ਰਮਾਤਮਾ ਦਾ ਡਰ ਹੈ। ਤੇ ਇਹ ਡਰ ਸਾਧ ਸੰਗਤ ਦੇ ਵਿੱਚੋਂ ਪ੍ਰਾਪਤ ਹੁੰਦਾ। ਕਈ ਕਹਿੰਦੇ ਜੀ ਕੀ ਮਿਲਣਾ ਸਾਧ ਸੰਗਤ 'ਚ ਜਾ ਕੇ, ਛੱਡੋ ਪਰੇ, ਘੜੀ ਸੌਂ ਲਓ, 4 ਘੜੀਆਂ ਹੋਰ। ਉਹ ਆਉਂਦੇ ਨਹੀਂ ਸੰਗਤ ਦੇ ਵਿੱਚ। ਭਾਈ ਗੁਰਦਾਸ ਜੀ ਨੂੰ ਪੁੱਛੋ ਕਿ ਇੱਥੇ ਕੀ ਕੁਝ ਮਿਲਦਾ ਸੰਗਤ ਦੇ ਵਿੱਚ। ਅੱਜ ਦੀ ਪੌੜੀ ਅੰਦਰ ਦੱਸ ਰਹੇ ਨੇ ਤੇ ਗੁਰਮੁਖਾਂ ਨੂੰ ਕੀ ਮਿਲਿਆ ਹੈ, ਉਹਨਾਂ ਨੇ ਕੀ ਕੁਝ ਲਿਆ ਹੈ, ਉਹ ਵੀ ਜ਼ਿਕਰ ਕਰਦੇ ਨੇ। ਕਹਿੰਦੇ ਸਾਧ ਸੰਗਤ ਵਿੱਚ ਇੱਕ ਤਾਂ ਭਾਉ, ਸਭ ਤੋਂ ਪਹਿਲਾਂ ਰੱਬ ਦਾ ਭੈ, ਰੱਬ ਦਾ ਡਰ। ਸਭ ਤੋਂ ਪਹਿਲਾਂ ਗੱਲ ਹੀ ਡਰ ਤੋਂ ਸ਼ੁਰੂ ਹੋਣੀ, ਬਾਕੀ ਤਾਂ ਸਾਰੀਆਂ ਗੱਲਾਂ ਹੀ ਸੰਗਤ ਜੀ ਬਾਅਦ 'ਚ ਨੇ। ਜੇ ਰੱਬ ਦਾ ਭੈ ਹੀ ਨਹੀਂ ਤੇ ਬਾਕੀ ਦੇ ਗੁਣ ਕਿੱਥੋਂ ਆਉਣਗੇ? ਬਾਕੀ ਸਾਰਾ ਕੁਝ ਜੋ ਮਾਣ ਸਤਿਕਾਰ ਹੈ, ਹੋਰ ਜਿਹੜੇ ਗੁਣ ਹੈ ਉਹ ਬਾਅਦ 'ਚ ਹੀ ਆਉਣੇ ਹੈ। ਪਹਿਲਾਂ ਜੇ ਰੱਬ ਦਾ ਅੰਦਰ ਭੈ ਹੋਵੇਗਾ ਤਾਂ ਰੱਬ ਦਾ ਭੈ ਪਹਿਲਾਂ ਸਾਧ ਸੰਗਤ ਦੇ ਵਿੱਚੋਂ ਪ੍ਰਾਪਤ ਹੋਏਗਾ। ਉਦੋਂ ਬਾਅਦ ਫਿਰ ਸਾਧ ਸੰਗਤ ਦੇ ਭੈ ਤੋਂ ਬਾਅਦ ਭਾਉ ਦਾ ਅਰਥ ਹੈ ਪ੍ਰੇਮ। ਭਾਉ ਅਤੇ ਭਾਉ ਫਰਕ ਹੈ ਥੋੜ੍ਹਾ ਜਿਹਾ ਕੰਨੇ ਦਾ। ਭਾਉ ਦਾ ਅਰਥ ਹੈ ਡਰ। ਇਹ ਡਰ ਦੇ ਵਿੱਚੋਂ ਫਿਰ ਪ੍ਰੇਮ ਜਨਮ ਲੈਂਦਾ ਹੈ। ਜਿਵੇਂ ਕਹਿੰਦੇ ਨਾ ਮਹਾਰਾਜ ਬਾਣੀ ਵਿੱਚ, ਸਾਧ ਸੰਗਤ ਬਿਨ ਭਾਉ ਨਹੀਂ ਊਪਜੈ, ਭਾਵ ਬਿਨ ਭਗਤ ਨਾ ਹੋਏ ਤੇਰੀ। ਸਾਧ ਸੰਗਤ ਦੇ ਬਿਨਾਂ ਸੰਗਤ ਜੀ ਅੰਦਰ ਭੈ ਨਹੀਂ ਪੈਦਾ ਹੁੰਦਾ, ਭੈ ਤੋਂ ਬਿਨਾਂ ਅੰਦਰ ਪ੍ਰੇਮ ਨਹੀਂ ਪੈਦਾ ਹੁੰਦਾ, ਪ੍ਰੇਮ ਤੋਂ ਬਿਨਾਂ ਵਾਹਿਗੁਰੂ ਦੀ ਭਗਤੀ ਨਹੀਂ ਹੋ ਸਕਦੀ ਹੈ। ਪ੍ਰੇਮ ਤੋਂ ਬਿਨਾਂ ਕਾਹਦੀ ਭਗਤੀ ਹੈ? ਅੰਦਰ ਪ੍ਰੇਮ ਹੀ ਨਹੀਂ ਤੇ ਫੇਰੀ ਜਾਓ ਮਾਲਾ। ਅੰਦਰ ਪ੍ਰੇਮ ਹੀ ਨਹੀਂ ਹੈ ਤੇ ਕਰੀ ਜਾਓ ਕੋਈ ਬੰਦਾ ਸਾਧਨਾ ਤਰ੍ਹਾਂ ਤਰ੍ਹਾਂ ਦੀ, ਉਹਦਾ ਕੋਈ ਲਾਭ ਨਹੀਂ। ਪ੍ਰੇਮ ਦੇ ਵਿੱਚ ਜਿਹਨੇ ਏਕ ਚਿੱਤ ਜਿਹ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਜਿਹਨੇ ਪ੍ਰੇਮ ਦੇ ਵਿੱਚ ਭਿੱਜ ਕੇ ਤੇ ਇੱਕ ਚਿੱਤ ਹੋ ਕੇ ਇੱਕ ਛਿਨ ਮਾਤਰ ਸਮੇਂ ਲਈ ਵੀ ਪਰਮਾਤਮਾ ਨੂੰ ਚੇਤੇ ਕੀਤਾ, ਉਹ ਵੀ ਤਰ ਗਿਆ, ਉਹਦਾ ਵੀ ਬੇੜਾ ਬੰਨੇ ਲੱਗ ਗਿਆ। ਤੋ ਇਹ ਜਿਹੜਾ ਹੁਣ ਭਾਵ ਪ੍ਰੇਮ ਹੈ ਵੀ ਥੋੜ੍ਹਾ ਜਿਹਾ ਜਪਿਆਂ ਵੀ ਬਹੁਤਾ ਲਾਭ ਹੋਵੇ, ਇਹ ਵੀ ਮਨੁੱਖ ਦੀ ਫਿਤਰਤ ਹੈ। ਮਨੁੱਖ ਕਹਿੰਦਾ ਵੀ ਮੈਂ ਕੰਮ ਥੋੜ੍ਹਾ ਕਰਾਂ ਅਤੇ ਮੈਨੂੰ ਲਾਭ ਬਹੁਤਾ ਮਿਲੇ। ਅਤੇ ਹੁਣ ਉਹ ਕਿਹੜੀ ਚੀਜ਼ ਹੈ ਵੀ ਜੋ ਇੱਥੇ ਵੀ ਆਪਾਂ ਪਾਠ ਪੂਜਾ ਥੋੜ੍ਹੀ ਕਰੀਏ ਅਤੇ ਸਾਨੂੰ ਲਾਭ ਬਹੁਤਾ ਮਿਲ ਜਾਵੇ, ਤਾਂ ਉਹ ਵੀ ਦੱਸਦੇ ਵੀ ਉਹ ਹੁੰਦਾ ਹੈ ਭਾਉ ਪ੍ਰੇਮ। ਅਤੇ ਉਹ ਪ੍ਰੇਮ ਵੀ ਸਾਧ ਸੰਗਤ ਦੇ ਵਿੱਚੋਂ ਹੀ ਮਿਲਣਾ ਹੈ। ਗੁਰੂ ਦਾ ਪ੍ਰੇਮ, ਪ੍ਰਮਾਤਮਾ ਦਾ ਪ੍ਰੇਮ, ਇਹ ਸਾਧ ਸੰਗਤ ਦੇ ਵਿੱਚੋਂ ਮਿਲੇਗਾ। ਤੋ ਪ੍ਰੇਮ ਤੋਂ ਬਿਨਾਂ ਸੰਗਤ ਜੀ ਕੋਈ ਸਾਧਨਾ ਸਫਲ ਹੀ ਨਹੀਂ ਹੈ। ਮਹਾਰਾਜ ਕਲਗੀਧਰ ਪਾਤਸ਼ਾਹ ਜੀ ਸਾਨੂੰ ਦੱਸਦੇ ਹੈ, ਸਾਚ ਕਹੋ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਲ ਪ੍ਰੇਮ ਕੀਤਾ ਹੈ ਉਹਨਾਂ ਨੇ ਹੀ ਪ੍ਰਮਾਤਮਾ ਨੂੰ ਪਾਇਆ ਹੈ। ਪ੍ਰੇਮ ਦੇ ਨਾਲ ਪ੍ਰਮਾਤਮਾ ਦੀ ਪ੍ਰਾਪਤੀ। ਅਤੇ
ਪ੍ਰੇਮ ਤੋਂ ਬਿਨਾਂ ਸਾਧ ਸੰਗਤ ਜੀ ਚਾਹੇ ਸਾਡੇ ਪਰਿਵਾਰਕ ਰਿਸ਼ਤੇ ਹੈ ਉਹ ਵੀ ਨਹੀਂ ਨਿਭਦੇ। ਜਿੱਥੇ ਪ੍ਰੇਮ ਨਹੀਂ ਹੈ ਉਹ ਰਿਸ਼ਤਾ ਸੰਗਤ ਜੀ ਟੁੱਟਿਆ ਹੋਇਆ ਹੀ ਜਾਣੋ ਤੁਸੀਂ। ਪ੍ਰੇਮ ਕਰਕੇ ਹੀ ਸਾਰੇ ਜਿੰਨੇ ਰਿਸ਼ਤੇ ਨੇ ਨਾ ਇਹ ਸਾਡੇ ਬਣੇ ਹੋਏ ਹਨ। ਇੱਕ ਦੂਜਿਆਂ ਦੇ ਨਾਲ ਜੇ ਸਾਡਾ ਥੋੜ੍ਹਾ ਬਹੁਤਾ ਕੋਈ ਪ੍ਰੇਮ ਹੈ ਤਾਂ ਹੀ ਸਾਡੀ ਜਾਣ ਪਛਾਣ ਹੈ, ਗੱਲਬਾਤ ਹੈ, ਹਾਲ ਚਾਲ ਪੁੱਛ ਲੈਂਦੇ ਹਾਂ, ਆਉਣਾ ਜਾਣਾ ਸਾਡਾ ਰਿਸ਼ਤੇਦਾਰੀਆਂ ਵਿੱਚ। ਜਿਨ੍ਹਾਂ ਨਾਲੋਂ ਪ੍ਰੇਮ ਟੁੱਟ ਜਾਵੇ ਅਤੇ ਉਹਨਾਂ ਤਾਂ ਹੀ ਸਾਡਾ ਫਿਰ ਕੀ ਸੁਭਾਅ ਹੁੰਦਾ ਵੀ ਅਸੀਂ ਤਾਂ ਇਹਨਾਂ ਦੀ ਮਕਾਣੇ ਨਾ ਜਾਈਏ, ਇਹ ਲਫ਼ਜ਼ ਫਿਰ ਆਪਾਂ ਕਹਿੰਦੇ ਹਾਂ। ਜਿਨ੍ਹਾਂ ਨਾਲ ਪ੍ਰੇਮ ਹੈ ਉੱਥੇ ਚਾਹੇ ਥੋੜ੍ਹਾ ਜਿਹਾ ਵੀ ਸਾਨੂੰ ਕੋਈ ਪਤਾ ਲੱਗ ਜਾਵੇ ਆਪਾਂ ਭੱਜੇ ਜਾਂਦੇ ਪਤਾ ਲੈਣ ਵਾਸਤੇ। ਤੋ ਇੱਦਾਂ ਪ੍ਰੇਮ ਕਰਕੇ ਸਾਡੇ ਪਰਿਵਾਰਕ ਰਿਸ਼ਤੇ ਬਣਦੇ ਆ, ਪ੍ਰੇਮ ਕਰਕੇ ਸਾਡੇ ਸਮਾਜਿਕ ਰਿਸ਼ਤੇ ਬਣਦੇ ਆ। ਆਹ ਸਮਾਜ ਨਾਲ ਜਿਹੜੀ ਸਾਂਝ ਹੈ ਸਾਡੀ ਇਹ ਵੀ ਤਾਂ ਪ੍ਰੇਮ ਕਰਕੇ ਹੀ ਹੈ ਨਾ। ਜੇ ਪ੍ਰੇਮ ਹੀ ਨਹੀਂ ਸਾਡਾ, ਆਪਾਂ ਕਹਿ ਲਓ ਕਿਤੇ ਜਾ ਰਹੇ ਹਾਂ ਰਸਤੇ ਦੇ ਵਿੱਚ, ਬੱਸ 'ਚ ਬੈਠੇ ਹਾਂ, ਉੱਥੇ ਕੋਈ ਮਿਲਿਆ ਸਾਨੂੰ ਬੰਦਾ, ਜੇ ਉਹਨਾਂ ਆਪਾਂ ਪ੍ਰੇਮ ਦੇ ਵਿੱਚ ਪੇਸ਼ ਆਵਾਂਗੇ ਤਾਂ ਅਗਲਾ ਸਾਡਾ ਮਿੱਤਰ ਬਣ ਜਾਂਦਾ। ਅਤੇ ਜੇ ਉੱਥੇ ਜਾ ਕੇ ਤੇ ਆਪਾਂ ਗੁੱਸੇ ਵਿੱਚ ਭਰੇ ਹੋਏ ਬੋਲ ਉਹਨੂੰ ਬੋਲੀਏ, ਹੁਣ ਅਗਲਾ ਕੀ ਪਤਾ ਕਿੰਨਾ ਗੁੱਸੇ 'ਚ ਭਰਿਆ, ਉਹਨੇ ਚਾਰ ਹੋਰ ਸੁਣਾਈਆਂ, ਸਗੋਂ ਸਿਰ ਪਾੜ ਕੇ ਘਰਾਂ ਨੂੰ ਆਵਾਂਗੇ। ਅਤੇ ਜੇਕਰ ਸਮਾਜ ਵਿੱਚ ਵੀ ਸਾਂਝ ਬਣਾਉਣੀ ਹੈ ਤਾਂ ਉੱਥੇ ਵੀ ਪ੍ਰੇਮ ਦੀ ਲੋੜ ਹੈ। ਇਸੇ ਤਰ੍ਹਾਂ ਜੇਕਰ ਗੁਰੂ ਅਤੇ ਪਰਮਾਤਮਾ ਦੇ ਨਾਲ ਸਾਂਝ ਬਣਾਉਣੀ ਹੈ ਇੱਥੇ ਵੀ ਭਾਈ ਪ੍ਰੇਮ ਦੀ ਲੋੜ ਹੈ। ਇਹ ਪ੍ਰੇਮ ਦੇ ਵਿੱਚ ਸਾਧ ਸੰਗਤ ਦੀ ਪਰ ਸਵਾਰਥ ਕੋਈ ਨਹੀਂ ਹੈ। ਜਿਹੜੇ ਆਪਣੇ ਬਾਕੀ ਦੇ ਪ੍ਰੇਮ ਨੇ ਨਾ ਦੁਨੀਆ ਵਾਲੇ, ਇਹਨਾਂ ਵਿੱਚ ਤਾਂ ਬੰਦੇ ਨੂੰ ਸਵਾਰਥ ਹੁੰਦਾ ਕਿ ਚੱਲ ਮੈਂ ਇਹਦੇ ਨਾਲ ਜੇ ਪ੍ਰੇਮ ਕਰੂੰਗਾ ਤਾਂ ਇਹਦੇ ਪਾਸੋਂ ਮੈਨੂੰ ਆਹ ਚੀਜ਼ ਮਿਲ ਜਾਵੇਗੀ। ਚਾਹੇ ਆਪਣੇ ਪਰਿਵਾਰਕ ਕਹਿ ਲਓ ਰਿਸ਼ਤੇ ਹੈ, ਮਾਂ ਪੁੱਤਰ ਦਾ ਰਿਸ਼ਤਾ ਉਹ ਵੀ ਸਵਾਰਥ ਹੀ ਹੈ। ਪ੍ਰੇਮ ਤਾਂ ਹੈ ਮਾਂ ਪੁੱਤਰ ਦਾ, ਪਰ ਮਾਂ ਨੂੰ ਸਵਾਰਥ ਹੈ। ਵੱਡਾ ਹੋਏ ਧਨ ਖਾਟ ਦੇ ਕਰ ਭੋਗ ਬਿਲਾਸਾ, ਬਾਣੀ 'ਚ ਸਮਝਾਇਆ ਹੋਇਆ ਮਹਾਰਾਜ ਜੀਆਂ ਨੇ ਕਿ ਵੱਡਾ ਹੋਵੇਗਾ ਧਨ ਦੀ ਖੱਟੀ ਲਿਆਵੇਗਾ, ਅਸੀਂ ਖਾਵਾਂਗੇ। ਤਾਂ ਉਹ ਇੱਕ ਸਵਾਰਥ ਜੁੜਿਆ ਹੋਇਆ ਹੈ। ਪਰ ਜੋ ਪਰਮਾਤਮਾ ਦਾ ਪ੍ਰੇਮ ਹੈ, ਪਹਿਲਾਂ ਤਾਂ ਜਗਿਆਸੂ ਇੱਥੇ ਵੀ ਸਵਾਰਥ ਕਰਦਾ ਹੈ ਵੀ ਚੱਲ ਮੈਂ ਜੇ ਪਰਮਾਤਮਾ ਨਾਲ ਪ੍ਰੇਮ ਕਰਾਂ ਮੈਨੂੰ ਆਹ ਮਿਲ ਜੂ, ਆਹ ਮਿਲ ਜਾਊ, ਪਰ ਉਹਦੇ ਨਾਲ ਗਾਂ ਤਰੱਕੀ ਕੋਈ ਨਹੀਂ ਹੁੰਦੀ। ਫਿਰ ਸਵਾਰਥ ਤੋਂ ਬਿਨਾਂ ਕੇਵਲ ਅਤੇ ਕੇਵਲ ਵਾਹਿਗੁਰੂ ਦੀ ਪ੍ਰਾਪਤੀ, ਕੇਵਲ ਅਤੇ ਕੇਵਲ ਵਾਹਿਗੁਰੂ ਦੀ ਖੁਸ਼ੀ ਵਾਸਤੇ ਉਹਨਾਂ ਪ੍ਰੇਮ ਕਰਨਾ, ਉੱਥੇ ਫਿਰ ਪਰਮਾਤਮਾ ਹਿਰਦੇ 'ਚ ਸਾਖਸ਼ਾਤ ਹੋ ਜਾਂਦਾ ਹੈ। ਤੋ ਇਹ ਜਿਹੜਾ ਹੁਣ ਪ੍ਰੇਮ ਹੈ, ਜਿਹੜੀ ਬੜੀ ਵਡਿਆਈ ਹੈ ਭਾਈ, ਪ੍ਰੇਮ ਤੋਂ ਬਿਨਾਂ ਕੋਈ ਸਾਧਨ ਸਫਲਾ ਨਹੀਂ ਆਪਣਾ। ਜੇਕਰ ਆਪਾਂ ਕੋਈ ਸੰਗਤ ਜੀ ਪਾਠ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਮਾਲਾ ਫੇਰਦੇ ਹਾਂ, ਸੇਵਾ ਕਰਦੇ ਹਾਂ, ਜਿੰਨੇ ਵੀ ਧਰਮ ਦੇ ਕਰਮ ਕਰਦੇ ਹਾਂ, ਜੇ ਇਹਨਾਂ 'ਚ ਪ੍ਰੇਮ ਨਹੀਂ ਇਹ ਕੋਈ ਸਫਲਾ ਨਹੀਂ ਹੁੰਦਾ। ਅਤੇ ਜੇ ਆਪਾਂ ਪ੍ਰੇਮ ਦੇ ਨਾਲ ਚਾਹੇ ਥੋੜ੍ਹਾ ਵੀ ਕਰੀਏ ਉਹ ਵੀ ਸਾਧ ਸੰਗਤ ਜੀ ਸਫਲਾ ਹੋ ਜਾਂਦਾ ਹੈ। ਉਹ ਥੋੜ੍ਹਾ ਵੀ ਰੱਬ ਦੀ ਦਰਗਾਹ ਪ੍ਰਵਾਨ ਹੈ। ਤਾਂ ਹੀ ਆਪਾਂ ਦੇਖਦੇ ਆ ਨਾ ਕਿ ਕਈ ਜਿਹੜੇ ਗੁਰੂ ਕੇ ਸਿੱਖ ਹੁੰਦੇ ਹੈ, ਥੋੜ੍ਹੀ ਬਹੁਤੀ ਸੇਵਾ ਕਰਦੇ ਉਹਨਾਂ ਨੂੰ ਬਹੁਤੇ ਲਾਭ ਮਿਲ ਜਾਂਦੇ। ਆਪਾਂ ਕਈ ਵਾਰੀ ਸੋਚਣ ਲੱਗ ਪੈਂਦੇ ਜੀ ਸਾਨੂੰ ਤਾਂ ਕਈ ਸਾਲ ਹੋ ਗਏ, ਸਾਨੂੰ ਤਾਂ ਕੁਝ ਮਿਲਿਆ ਨਹੀਂ। ਪਰ ਦੇਖਣਾ ਇਹ ਹੈ ਵੀ ਆਪਾਂ ਉਸੇ ਪ੍ਰੇਮ ਭਾਵਨਾ ਦੇ ਨਾਲ ਕਰਦੇ ਹਾਂ। ਉਸ ਗੁਰਸਿੱਖ ਨੇ ਹੋ ਸਕਦਾ ਬਹੁਤਾ ਮਹਾਰਾਜ ਨਾਲ ਪ੍ਰੇਮ ਕਰਕੇ ਸੇਵਾ ਕਰ ਲਈ ਹੋਵੇ, ਕਿਉਂਕਿ ਗੁਰੂ ਤਾਂ ਪ੍ਰੇਮ ਦਾ ਭੁੱਖਾ, ਗੋਬਿੰਦ ਭਾਉ ਭਗਤ ਦਾ ਭੁੱਖਾ, ਉਹ ਤਾਂ ਪ੍ਰੇਮ ਦਾ ਹੀ ਭੁੱਖਾ ਹੈ। ਜਿਹਨੇ ਪ੍ਰੇਮ ਦੇ ਨਾਲ ਕੋਈ ਗੁਰੂ ਕਾ ਕਾਰਜ ਕੀਤਾ ਹੈ, ਸੇਵਾ ਕੀਤੀ ਹੈ, ਅਤੇ ਗੁਰੂ ਮਹਾਰਾਜ ਫਿਰ ਉਹਦੇ ਪ੍ਰੇਮ ਦੇ ਉੱਤੇ ਰੀਝ ਜਾਂਦੇ ਨੇ, ਪ੍ਰੇਮ 'ਤੇ ਖੁਸ਼ ਹੋ ਜਾਂਦੇ। ਛੋਟਾ ਜਿਹਾ ਬੱਚਾ ਹੈ, ਉਹਨਾਂ ਪ੍ਰੇਮ ਕਰੋ, ਲਾਡ ਜੇ ਕਰੋ ਤਾਂ ਬੱਚਾ ਕਿੰਨਾ ਖੁਸ਼ ਹੋ ਜਾਂਦਾ, ਦੇਖ ਲਓ। ਉਹ ਪ੍ਰੇਮ ਦਾ ਹੀ ਭੁੱਖਾ। ਜੇ ਬੱਚੇ ਨੂੰ ਹੁਣ ਗੁੱਸੇ ਦੇ ਵਿੱਚ ਵੇਖੋ, ਚਾਹੇ ਆਖੋ ਕੁਝ ਨਾ, ਬੱਚਾ ਅੱਗੋਂ ਰੋਣ ਲੱਗ ਪੈਂਦਾ, ਬੁੱਲੀਆਂ ਕੱਢ ਆਉਂਦਾ। ਅਤੇ ਜੇ ਬੱਚੇ ਨੂੰ ਨਿੱਕੇ ਜਿਹੇ ਨੂੰ ਥੋੜ੍ਹੀ ਝਿੜਕ ਮਾਰ ਦਿਓ, ਉਸੇ ਵੇਲੇ ਵਿਚਾਰਾ ਰੋ ਜਾਂਦਾ, ਉਹ ਫਿਰ ਆਪਣੇ ਨੇੜੇ ਵੀ ਨਹੀਂ ਆਉਂਦਾ। ਉਹ ਕਹਿੰਦਾ ਕੀ ਲੈਣਾ ਇਹਦੇ ਕੋਲੋਂ, ਇਹ ਤਾਂ ਹੈ ਹੀ ਬੜਾ ਗੁੱਸੇਖੋਰ ਜਿਹਾ ਹੈ। ਅਤੇ ਜੇ ਬੱਚੇ ਨਾਲ ਥੋੜ੍ਹਾ ਪ੍ਰੇਮ ਦੇ ਵਿੱਚ ਆਈਏ ਤਾਂ ਬੱਚਾ ਭੱਜ ਕੇ ਆ ਜਾਂਦਾ ਹੈ। ਪਰ ਇਸੇ ਤਰੀਕੇ ਦੇ ਨਾਲ ਭਾਈ ਪਰਮਾਤਮਾ ਦੇ ਨਾਲ ਆਪਾਂ ਪ੍ਰੇਮ 'ਚ ਪੇਸ਼ ਆਵਾਂਗੇ ਅਤੇ ਪਰਮਾਤਮਾ ਵੀ ਫਿਰ ਭੱਜ ਕੇ ਸਾਨੂੰ ਮਿਲਦਾ ਹੈ। ਉਹ ਤਾਂ ਹੈ ਹੀ ਨੇੜੇ ਆਪਣੇ, ਉਸੇ ਸਮੇਂ ਗੱਲ ਵੱਕੜੀ ਪਾ ਲੈਂਦਾ ਹੈ। ਤੋ ਜਿੰਨੇ ਵੀ ਸਾਧੂ ਸੰਤਾਂ ਭਗਤਾਂ ਨੇ
ਰੱਬ ਦੀ ਪ੍ਰਾਪਤੀ ਕੀਤੀ ਹੈ, ਉਹਨਾਂ ਵਿੱਚ ਸਭ ਤੋਂ ਵੱਡਾ ਜਿਹੜਾ ਗੁਣ ਵੇਖਿਆ ਗਿਆ ਹੈ, ਜਿਹੜੀ ਸਭ ਤੋਂ ਵੱਡੀ ਇੱਕ ਬਖਸ਼ਿਸ਼ ਦੇਖੀ ਗਈ ਹੈ, ਉਹ ਪ੍ਰੇਮ ਹੈ। ਉਹਨਾਂ ਪ੍ਰੇਮ ਕੀਤਾ ਸੀ। ਤਾਂ ਜਿੰਨੇ ਵੀ ਸਾਧੂ ਸੰਤ ਹੋਏ, ਭਗਤ ਹੋਏ ਨੇ, ਉਹਨਾਂ ਦਾ ਪ੍ਰੇਮ ਸੀ ਪਰਮਾਤਮਾ ਦੇ ਨਾਲ। ਤੋ ਇਹ ਜਿਹੜਾ ਹੁਣ ਪ੍ਰੇਮ ਹੈ, ਜਿਹੜੀ ਬੜੀ ਵਡਿਆਈ ਗੁਰਬਾਣੀ ਵਿੱਚ ਥਾਂ ਥਾਂ 'ਤੇ ਪ੍ਰੇਮ ਦੀ ਬੜੀ ਬੇਅੰਤ ਵਡਿਆਈ ਕੀਤੀ ਹੋਈ। ਸੰਮਣ ਜਾਓ ਇਸ ਪ੍ਰੇਮ ਕੀ, ਦਮ ਕੇ ਹੋਤੀ ਸਾਟ, ਰਾਵਣ ਹੋਤੇ ਸੋ ਰੰਕਣੇ, ਜਿਨ ਸਿਰ ਦੀਨੇ ਕਾਟ। ਕਹਿੰਦੇ ਇਹ ਪ੍ਰੇਮ ਦਾ ਕੋਈ ਮੁੱਲ ਨਹੀਂ ਹੈ। ਜੇ ਪ੍ਰੇਮ ਦਾ ਮੁੱਲ ਕੋਈ ਦਮੜੇ ਹੁੰਦੇ ਤੇ ਰਾਵਣ ਕੋਈ ਕੰਗਾਲ ਥੋੜ੍ਹੀ ਸੀ। ਉਹਦੀ ਲੰਕਾ ਹੀ ਸਾਰੀ ਸੋਨੇ ਦੀ ਸੀ। ਕਿਸੇ ਕੋਲ ਤਾਂ ਸੋਨਾ ਹੁੰਦਾ, ਕੋਈ ਕਿਸੇ ਕੋਲ ਤੋਲਾ, ਕਿਸੇ ਕੋਲ 2 ਤੋਲੇ, ਕਿਸੇ ਕੋਲ ਕਿਲੋ, ਕਿਸੇ ਕੋਲ 2 ਕਿਲੋ। ਉਹਦਾ ਕਹਿੰਦੇ ਸਾਰਾ ਮੋਹਾਲੀ ਸੋਨੇ ਦਾ ਸੀ। ਕੋਈ ਕੰਗਾਲ ਥੋੜ੍ਹੀ ਸੀ ਉਹ। ਪਰ ਉਹਨੇ ਆਪਣੇ ਸਿਰ ਵੱਢ ਕੇ ਦੇ ਦਿੱਤੇ। ਸਿਰ ਵੱਢਿਆਂ ਦੇ ਬਰਾਬਰ ਵੀ ਕਹਿੰਦੇ ਪ੍ਰੇਮ ਜਿਹੜਾ ਉਹ ਨਹੀਂ ਆ ਸਕਦਾ ਹੈ। ਪ੍ਰੇਮ ਦਾ ਕੋਈ ਭਾਈ ਮੁੱਲ ਨਹੀਂ ਦਿੱਤਾ ਜਾ ਸਕਦਾ ਹੈ। ਏਡਾ ਵੱਡਾ ਇਹ ਪ੍ਰੇਮ ਬਖਸ਼ਿਸ਼ ਹੈ ਇੱਕ ਤਰ੍ਹਾਂ ਦੀ ਪ੍ਰਮਾਤਮਾ ਦੀ, ਜਿਹਨੂੰ ਮਿਲ ਜਾਵੇ। ਤੋ ਇੱਥੇ ਦੱਸ ਰਹੇ ਹੁਣ ਇਹ ਜਿਹੜਾ ਪ੍ਰੇਮ ਹੈ ਮਿਲਦਾ ਹੈ ਕਿੱਥੋਂ? ਇਹ ਮਿਲਦਾ ਸਾਧ ਸੰਗਤ ਦੇ ਵਿੱਚੋਂ। ਕਿਉਂਕਿ ਸੰਗਤ ਜੀ ਇਹ ਵੀ ਸਾਨੂੰ ਪਤਾ ਹੋਵੇ ਵੀ ਹੁਣ ਜਿਹੜਾ ਆਪਾਂ ਨੂੰ ਘਰ ਦੇ ਸੌਦੇ ਦੀ ਲੋੜ ਹੈ, ਆਪਾਂ ਦੁਕਾਨ 'ਤੇ ਜਾਂਦੇ ਹਾਂ ਅਤੇ ਪਤਾ ਹੋਣਾ ਚਾਹੀਦਾ ਸਾਨੂੰ ਵੀ ਆਹ ਸੌਦਾ ਕਿਹੜੀ ਦੁਕਾਨ ਤੋਂ ਮਿਲੂਗਾ। ਜੇ ਸਾਨੂੰ ਪਤਾ ਹੀ ਨਹੀਂ ਆਹ ਸੌਦਾ ਦੁਕਾਨ ਕਿਹੜੀ ਤੋਂ ਮਿਲਣਾ, ਉੱਥੇ ਅਸੀਂ ਮਜ਼ਾਕ ਦੇ ਪਾਤਰ ਵੀ ਬਣ ਸਕਦੇ ਹਾਂ। ਜਿਵੇਂ ਕਹਿ ਲਓ ਲੋਹੇ ਦੀ ਦੁਕਾਨ ਹੈ, ਸਰੀਏ ਦੀ, ਉੱਥੇ ਚਲੇ ਗਏ ਅਤੇ ਉਹਨੂੰ ਕਿਹਾ ਭਾਈ ਐਂ ਕਰ, 2 ਕਿਲੋ ਆਟਾ ਪਾ ਦੇ, ਖੰਡ ਪਾ ਦੇ, ਹਲਦੀ ਲੂਣ ਆਦਿਕ ਦੇ ਦੇ। ਅਤੇ ਉੱਥੇ ਜਾ ਕੇ ਤੇ ਅਸੀਂ ਆਪਣੇ ਮਜ਼ਾਕ ਦੇ ਪਾਤਰ ਬਣ ਸਕਦੇ। ਚਲੋ ਜੇ ਸਿਆਣਾ ਉਹ ਆਖੇਗਾ ਨਹੀਂ ਭਾਈ ਇੱਥੇ ਨਹੀਂ ਮਿਲਦਾ, ਅੱਗੇ ਜਾ ਕਰਿਆਨੇ ਦੀ ਦੁਕਾਨ 'ਤੇ। ਪਰ ਜੇਕਰ ਉਹੋ ਜਿਹਾ ਬੰਦਾ ਹੋਇਆ ਤਾਂ ਉਹਨੇ ਅੱਗੋਂ ਸੰਗਤ ਦੀ ਫਿਰ ਮਜ਼ਾਕ ਬਣਾ ਦੇਣਾ। ਉਹਨੇ ਕਹਿਣਾ ਲਿਆ ਭਈ ਆਹ ਲੋਹੇ ਦਾ ਬੂਰਾ ਪਿਆ ਹੋਣਾ ਇੱਥੇ, ਇਹੀ ਆਟਾ ਹੈ, ਆਹ ਰੇਤਾ ਪਈ ਹੋਣੀ ਆ, ਇਹੀ ਫੜਾ ਦੇ ਇਹਨੂੰ, ਕਈ ਇਹੀ ਖੰਡ ਹੈ। ਤੋ ਇੱਦਾਂ ਕਰਕੇ ਫਿਰ ਉੱਥੇ ਆਪਾਂ ਮਜ਼ਾਕ ਦੇ ਪਾਤਰ ਬਣਾਂਗੇ। ਤੋ ਸਾਨੂੰ ਇੰਨਾ ਕੁ ਪਤਾ ਹੈ ਨਾ ਵੀ ਆਹ ਸੌਦਾ ਕਿਹੜੀ ਦੁਕਾਨ ਤੋਂ ਮਿਲਣਾ, ਅਤੇ ਉਸੇ ਦੁਕਾਨ ਤੋਂ ਹੀ ਆਪਾਂ ਸੌਦਾ ਖਰੀਦਦੇ ਹਾਂ ਨਾ। ਕਦੀ ਇਹ ਥੋੜ੍ਹੀ ਹੁਣ ਵੀ ਹੈ ਦੁਕਾਨ ਕੱਪੜੇ ਦੀ ਹੈ, ਉੱਥੇ ਜਾ ਕੇ ਕਹਿੰਦੇ ਜੀ 2 ਬੋਰੀਆਂ ਸੀਮਿੰਟ ਦੀਆਂ ਪਾ ਦਿਓ। ਉਹਨੇ ਕਹਿਣਾ ਸੀਮਿੰਟ ਇੱਥੇ ਰੱਖ ਕੇ ਅਤੇ ਮੈਂ ਆਪਣੇ ਕੱਪੜੇ ਸਾਰੇ ਖਰਾਬ ਕਰਨੇ। ਕੱਪੜੇ ਦੁਕਾਨ ਤੋਂ ਕੱਪੜਾ ਹੈ, ਸਰੀਏ ਲੋਹੇ ਦੀ ਦੁਕਾਨ 'ਤੇ ਉਹ ਲੋਹਾ ਆਦਿਕ ਮਿਲਦਾ, ਕਰਿਆਨੇ ਦੀ ਦੁਕਾਨ ਤੋਂ ਆਪਣਾ ਨਿੱਜੀ ਵਰਤੋਂ ਦਾ, ਨਿੱਤ ਵਰਤੋਂ ਦਾ ਸਮਾਨ ਮਿਲਦਾ। ਤੋ ਇੱਦਾਂ ਕਰਕੇ ਭਾਈ ਇਹ ਦੁਕਾਨਾਂ ਨੇ ਨਾ ਜਿੱਥੋਂ ਜਿੱਥੋਂ ਸੌਦਾ ਮਿਲਦਾ। ਹੁਣ ਜਿਹੜੀਆਂ ਇਹ ਚੀਜ਼ਾਂ ਨੇ, ਗੁਣ ਹੈ ਪਰਮਾਤਮਾ ਦੇ, ਪ੍ਰੇਮ ਹੈ, ਪਰਮਾਤਮਾ ਦਾ ਭੈ ਹੈ, ਸਤ ਸੰਤੋਖ ਆਦਿਕ ਗੁਣ ਹੈ, ਇਹ ਕਿੱਥੋਂ ਮਿਲਦੇ? ਇਹ ਮਿਲਦੇ ਹੈ ਸਾਧ ਸੰਗਤ ਦੇ ਵਿੱਚੋਂ। ਇਹ ਸਾਧ ਸੰਗਤ ਦੀ ਹੱਟੀ ਹੈ, ਗੁਰੂ ਨਾਨਕ ਸਾਹਿਬ ਜੀ ਨੇ ਖੋਲ੍ਹੀ ਹੋਈ। ਇਹਦੇ ਵਿੱਚੋਂ ਆ ਕੇ ਭਾਈ ਇਹ ਸਾਰੇ ਗੁਣ ਮਿਲਣੇ। ਹਾਂ, ਦੁਕਾਨ ਦਾ ਸੌਦਾ ਤਾਂ ਭਾਈ ਪੈਸੇ ਨਾਲ ਮਿਲਣਾ। ਦੁਕਾਨਦਾਰਾਂ ਨੇ ਤਾਂ ਵੜਦਿਆਂ ਸਾਰ ਹੀ ਲਿਖਿਆ ਹੁੰਦਾ ਜੀ ਉਧਾਰ ਬੰਦ ਹੈ, ਅਤੇ ਮੁਫਤ ਤਾਂ ਉਹਨਾਂ ਕਿੱਥੋਂ ਦੇ ਦੇਣਾ। ਉਹ ਤਾਂ ਉਧਾਰ ਵੀ ਬੰਦ ਲਿਖਿਆ ਹੁੰਦਾ ਵੀ ਉਧਾਰ ਮੰਗ ਕੇ ਸ਼ਰਮਿੰਦਾ ਨਾ ਕਰੋ। ਉੱਥੇ ਪੈਸੇ ਦੇਣੇ ਪੈਂਦੇ ਹੈ। ਪਰ ਜਿਹੜਾ ਇਹ ਸੌਦਾ ਸਾਧ ਸੰਗਤ ਜੀ, ਇੱਥੇ ਆ ਦੁਨਿਆਵੀ ਪੈਸਿਆਂ ਦੀ ਲੋੜ ਨਹੀਂ। ਇੱਥੇ ਤਾਂ ਆਪਾਂ ਸਮਰਪਣ ਕਰਨਾ ਪੈਂਦਾ ਹੈ ਆਪਣਾ। ਮਰ ਕਹਿੰਦੇ ਤਨ ਮਨ ਧਨ ਸਭ ਸੌਂਪ, ਗੁਰ ਕਾ ਹੁਕਮ ਮੰਨਿਐ ਪਾਈਐ। ਤਨ ਦਾ ਅਭਿਮਾਨ, ਮਨ ਦਾ ਅਭਿਮਾਨ, ਧਨ ਦਾ ਅਭਿਮਾਨ, ਇਹ ਛੱਡਣਾ ਪੈਂਦਾ। ਹੁਣ ਤਨ ਮਨ ਧਨ ਤੋਂ ਇਹ ਥੋੜ੍ਹੀ ਭਾਵ ਆਪਾਂ ਲੈ ਲੈਣਾ ਵੀ ਸ਼ਾਇਦ ਜਿੰਨਾ ਸਾਡੇ ਘਰ ਦੇ ਵਿੱਚ ਧਨ ਹੈ ਉਹ ਸਾਰਾ ਹੀ ਗੁਰਦੁਆਰੇ ਚੜ੍ਹਾ ਦਈਏ, ਅਤੇ ਜੋ ਕੁਛ ਸਾਡਾ ਘਰ ਹੈ ਉਹ ਵੀ ਲਿਆ ਕੇ ਇੱਥੇ ਰੱਖ ਦਈਏ। ਆਹ ਸਰੀਰ ਹੈ ਅਤੇ ਇਹਨੂੰ ਵੀ ਇੱਥੇ ਰੱਖ ਦਈਏ। ਨਹੀਂ, ਇਹਦਾ ਭਾਵ ਇਹ ਹੈ ਵੀ ਜੋ ਇਹ ਚੀਜ਼ਾਂ ਦਾ ਸਾਡੇ ਮਨ ਦੇ ਅੰਦਰ ਅਭਿਮਾਨ ਹੈ ਉਹ ਤਿਆਗਣਾ ਹੁੰਦਾ ਹੈ। ਧਨ ਜਿਹੜਾ ਉਹਦਾ ਅਭਿਮਾਨ ਛੱਡ ਕੇ ਆਉਣਾ ਗੁਰੂ ਘਰ ਦੇ ਵਿੱਚ। ਤਨ ਜਿਹੜਾ ਆਪਣਾ ਸਰੀਰ ਹੈ ਇਹਦਾ ਵੀ ਅਭਿਮਾਨ ਛੱਡ ਕੇ ਗੁਰੂ ਦੇ ਘਰ ਵਿੱਚ ਆਉਣਾ। ਮਨ ਦਾ ਵੀ ਅਭਿਮਾਨ ਛੱਡ ਕੇ ਗੁਰੂ ਦੇ ਘਰ ਵਿੱਚ ਆਉਣਾ। ਇਹ ਇੱਦਾਂ ਗੁਰੂ ਨੂੰ ਸਾਧ ਸੰਗਤ ਜੀ ਤਨ ਮਨ ਧਨ ਸੌਂਪਣਾ ਹੁੰਦਾ ਹੈ। ਜਦੋਂ ਇਹ ਸੌਂਪ ਦਿੱਤਾ ਤਾਂ ਫਿਰ ਗੁਰੂ ਘਰੋਂ ਇਹ ਦਾਤਾਂ ਮਿਲਦੀਆਂ ਨੇ। ਇਹ ਸੌਦਾ ਭਾਈ ਗੁਰੂ ਨਾਨਕ ਦੀ ਹੱਟੀ ਤੋਂ ਮਿਲਦਾ ਹੈ, ਭਾਉ ਭਾਵਵਾਦਕ ਦਾ। ਤੋਂ ਕੀ ਮਿਲਦਾ ਸੰਗਤ ਦੇ ਵਿੱਚੋਂ? ਕਹਿੰਦੇ ਸਾਧ ਸੰਗਤ ਭਾਉ ਭਾਉ, ਸਹਿਜ ਬੈਰਾਗ ਹੈ। ਇੱਕ ਭਾਉ, ਦੂਜਾ ਆਪਣਾ ਭਾਉ ਪ੍ਰੇਮ,
ਅਤੇ ਤੀਜੇ ਨੰਬਰ 'ਤੇ ਸਹਿਜ। ਅੱਜ ਦੇਖਦੇ ਆਪਾਂ ਮਨੁੱਖਾਂ ਦੀ ਜ਼ਿੰਦਗੀ ਦੇ ਵਿੱਚੋਂ ਸਹਿਜ ਉੱਡ ਹੀ ਗਿਆ ਹੈ ਖੰਭ ਲਾ ਕੇ। ਸਹਿਜ ਤਾਂ ਦਿਖਦਾ ਹੀ ਨਹੀਂ, ਟਿਕਾ ਕਿਸੇ ਦੀ ਜ਼ਿੰਦਗੀ 'ਚ ਹੈ, ਕਿਸੇ ਦੀ ਜ਼ਿੰਦਗੀ 'ਚ ਟਿਕਾ ਹੈ ਹੀ ਨਹੀਂ। ਬਸ ਸਾਰਿਆਂ ਨੂੰ ਹੋੜ ਲੱਗੀ ਹੋਈ ਹੈ, ਇੱਧਰ ਨੂੰ ਕੋਈ ਭੱਜ ਰਿਹਾ, ਕੋਈ ਇੱਧਰ ਨੂੰ ਭੱਜ ਰਿਹਾ। ਘੜੀਆਂ ਹੱਥ 'ਤੇ ਬਣੀਆਂ, ਬਸ ਟਾਈਮ ਵੇਖਦੇ ਐਂ ਨੂੰ ਨਿਕਲ ਜਾਂਦੇ, ਟਾਈਮ ਵੇਖਦੇ ਐਂ ਨੂੰ ਨਿਕਲ ਜਾਂਦੇ। ਸਾਰਾ ਦਿਨ ਬੰਦਾ ਐਂ ਹੀ ਸੰਗਤ ਜੀ ਭੱਜੂ ਹੈ। ਗੁਰਦੁਆਰੇ ਬਹਿ ਕੇ ਵੀ ਟਿਕਾ ਨਹੀਂ ਹੈ, ਹੋਰ ਤਾਂ ਕਿੱਥੇ ਆਪਾਂ ਕਹਿ ਲਈਏ ਟਿਕਾ ਜਾਵੇਗਾ। ਇੱਥੇ ਵੀ ਨਹੀਂ ਕੋਈ ਟਿਕਦੇ ਨੇ, ਉਹ ਵੀ ਭੱਜੂ ਇੱਧਰ ਨੂੰ ਕੁਝ ਉੱਧਰ ਨੂੰ ਕੁਝ, ਨਹੀਂ ਕੋਈ ਚੱਲਿਆ ਤੇ ਗੱਲਾਂ ਹੀ ਕਰ ਲਈਆਂ 4-5 ਬਹਿ ਕੇ। ਇਹੋ ਜਿਹੇ ਸੁਭਾਅ ਬਣੇ ਲੋਕਾਂ ਦੇ। ਸਹਿਜ ਕਿੱਥੇ ਰਹਿ ਗਿਆ ਅੰਦਰ ਭਾਈ? ਸਹਿਜ ਤਾਂ ਹੀ ਮਿਲੂਗਾ ਨਾ ਵੀ ਜੇ ਸਹਿਜ ਆਪਾਂ ਲਵਾਂਗੇ। ਹੁਣ ਗੁਰੂ ਦੇ ਪਾਸੋਂ ਜਾ ਕੇ ਕਵਾਂਗੇ ਨਾ, ਮਹਾਰਾਜ ਕਿਰਪਾ ਕਰੋ ਸਾਨੂੰ ਸਹਿਜ ਦਿਓ, ਇੱਥੋਂ ਫਿਰ ਇਹ ਚੀਜ਼ ਸਾਨੂੰ ਮਿਲੇਗੀ। ਤੋ ਸਾਧ ਸੰਗਤ ਦੇ ਵਿੱਚ ਦੇਖੋ ਕੀ ਕੁਝ ਮਿਲਦਾ। ਇੱਥੇ ਪ੍ਰਮਾਤਮਾ ਦਾ ਨਿਰਮਲ ਭਾਵ ਮਿਲਦਾ, ਪ੍ਰਮਾਤਮਾ ਦਾ ਪ੍ਰੇਮ ਮਿਲਦਾ, ਇੱਥੇ ਸਹਿਜ ਮਿਲਦਾ ਹੈ। ਜਿਹਦੀ ਜ਼ਿੰਦਗੀ 'ਚ ਸਹਿਜ ਨਹੀਂ ਹੈ ਸਾਧ ਸੰਗਤ ਜੀ, ਉਹ ਜ਼ਿੰਦਗੀ ਬੜੀ ਡਾਵਾਂਡੋਲ ਹੋ ਜਾਂਦੀ। ਜਿਵੇਂ ਆਪਣਾ ਸਰੀਰ ਹੈ ਨਾ, ਸਹਿਜ ਕਰੋ ਇੱਕ ਤਰ੍ਹਾਂ ਦਾ ਜ਼ਿੰਦਗੀ ਦਾ ਬੈਲੈਂਸ। ਸਾਡੇ ਸਰੀਰ 'ਚ ਗਰਮੀ ਵੀ ਹੈ, ਠੰਡ ਵੀ ਹੈ। ਜੇ ਸਰੀਰ ਵਿੱਚ ਗਰਮੀ ਬਹੁਤੀ ਵੱਧ ਜਾਵੇ, ਪਿੱਤ ਨਿਕਲ ਆਉਂਦੀ, ਦਸਤ ਲੱਗ ਜਾਂਦੇ ਆ, ਬੁਖਾਰ ਚੜ੍ਹ ਜਾਂਦਾ ਹੈ, ਸਰੀਰ ਡਾਵਾਂਡੋਲ ਹੋ ਗਿਆ। ਜੇ ਸਰੀਰ 'ਚ ਠੰਡ ਬਹੁਤੀ ਵੱਧ ਜਾਵੇ, ਜ਼ੁਕਾਮ ਲੱਗ ਜਾਂਦਾ, ਹੋਰ ਤਰ੍ਹਾਂ ਦੇ ਅੰਦਰ ਰੋਗ ਲੱਗ ਜਾਂਦੇ ਨੇ। ਠੰਡ ਤੋਂ ਸਰਦੀ ਤੋਂ ਜਿਹੜੇ ਰੋਗ ਅੰਦਰ ਪੈਦਾ ਹੋ ਜਾਂਦੇ। ਇਸ ਕਰਕੇ ਦੋਨੇ ਚੀਜ਼ਾਂ ਬੈਲੈਂਸ ਹੋਣ ਸਰੀਰ ਦੀਆਂ। ਆ BP ਆਪਣਾ ਬਲੱਡ ਪ੍ਰੈਸ਼ਰ ਕਿਤੇ ਵੱਧ ਜਾਵੇ ਤਾਂ ਵੀ ਨੁਕਸਾਨ, ਘੱਟ ਜਾਵੇ ਤਾਂ ਵੀ ਨੁਕਸਾਨ। ਸ਼ੂਗਰ ਵੱਧ ਜਾਵੇ ਤਾਂ ਵੀ ਨੁਕਸਾਨ, ਘੱਟ ਜਾਵੇ ਤਾਂ ਵੀ ਨੁਕਸਾਨ। ਇਹ ਬਰਾਬਰ ਚਾਹੀਦੀਆਂ ਨਾ ਚੀਜ਼ਾਂ। ਜੇ ਖੂਨ ਵੱਧ ਜਾਵੇ ਤਾਂ ਵੀ ਨੁਕਸਾਨ ਕਰਦਾ, ਖੂਨ ਘੱਟ ਜਾਵੇ ਤਾਂ ਵੀ ਨੁਕਸਾਨ ਕਰਦਾ। ਤੋ ਜੇਕਰ ਇਹ ਚੀਜ਼ਾਂ ਸਾਧ ਸੰਗਤ ਜੀ ਬਰਾਬਰ ਨੇ ਤਾਂ ਸਾਡਾ ਸਰੀਰ ਤੰਦਰੁਸਤ ਅਤੇ ਨਵਾਂ ਨਰੋਆ ਰਹਿੰਦਾ ਹੈ। ਇੱਦਾਂ ਹੀ ਜੋ ਆਪਣੇ ਜੀਵਨ ਦੇ ਵਿੱਚ ਸਹਿਜ ਹੈ, ਇੱਕ ਤਰ੍ਹਾਂ ਦਾ ਬੈਲੈਂਸ ਹੈ। ਇਹ ਸਾਡੇ ਜੀਵਨ ਨੂੰ ਟਿਕਾ ਕੇ ਰੱਖਦਾ ਹੈ। ਜਿਵੇਂ ਕੋਈ ਚੀਜ਼ ਹੈ ਨਾ ਉੱਚੀ ਆਪਾਂ ਰੱਖੀ ਹੋਈ ਹੈ, ਤਾਂ ਉਹਦੇ ਥੱਲੇ ਕੁਝ ਆਪਾਂ ਦੇਖ ਕੇ ਰੱਖਦੇ ਹਾਂ ਸਹਾਰਾ, ਵੀ ਉੱਤੇ ਚੀਜ਼ ਟਿਕੀ ਹੈ। ਅਤੇ ਜੇ ਉਹ ਸਹਾਰਾ ਹੀ ਥੱਲਿਓਂ ਡੋਲ ਜਾਵੇ, ਉਹ ਚੀਜ਼ ਕਿੱਦਾਂ ਟਿਕੇਗੀ? ਇੱਦਾਂ ਜਿਹੜਾ ਸਾਡਾ ਜੀਵਨ ਹੈ, ਇਹਦਾ ਸਹਾਰਾ ਸਹਿਜ ਹੈ ਇੱਕ ਤਰ੍ਹਾਂ ਕਰਕੇ ਮੰਨੋ। ਜੇ ਬੰਦੇ ਦੇ ਅੰਦਰ ਸਹਿਜ ਹੀ ਨਹੀਂ ਹੈ ਤਾਂ ਬਾਕੀ ਜੀਵਨ ਕਿਵੇਂ ਉਹਦਾ ਟਿਕੇਗਾ? ਉਹਦਾ ਸਾਰਾ ਜੀਵਨ ਹੀ ਡਾਵਾਂਡੋਲ ਹੋ ਜਾਂਦਾ। ਅੱਜ ਆਪਾਂ ਦੇਖਦੇ ਬੰਦੇ ਭੱਜੇ ਫਿਰਦੇ ਆ, ਕੋਈ ਐ ਨੂੰ ਕੋਈ ਐ ਨੂੰ, ਕੋਈ ਇੱਧਰ ਦੁਖੀ ਕੋਈ ਉੱਧਰ ਦੁਖੀ ਹੈ। ਉਹ ਦੁੱਖ ਦਾ ਕਾਰਨ ਹੈ ਆਪਣੇ ਅੰਦਰ ਟਿਕਾ ਹੀ ਨਹੀਂ ਹੈ, ਸਹਿਜ ਹੀ ਨਹੀਂ ਹੈ। ਸਹਿਜ ਮਿਲਣਾ ਕਿੱਥੋਂ ਸੀ? ਸਤ ਸੰਗਤ ਦੇ ਵਿੱਚੋਂ। ਜਿੱਥੇ ਆਪਾਂ ਕਹਿ ਤਾ ਜੀ ਟਾਈਮ ਹੈ ਨਹੀਂ, ਸਾਡੇ ਕੋਲ ਸਮਾਂ ਹੀ ਨਹੀਂ ਹੈ ਜੀ, ਫਲਾਣੇ ਕੰਮ ਕਰਨੇ, ਆਹ ਕੰਮ ਕਰਨੇ ਭੱਜ ਕੇ, ਅਤੇ ਫਿਰ ਸਹਿਜ ਕਿਵੇਂ ਆਵੇ? ਤੋ ਇਹ ਸਾਧ ਸੰਗਤ ਦੇ ਵਿੱਚੋਂ ਸਹਿਜ ਵੀ ਮਿਲਦਾ ਹੈ, ਜੋ ਹਰੇਕ ਮਨੁੱਖ ਦੀ ਜ਼ਿੰਦਗੀ ਦਾ ਬੜਾ ਵੱਡਾ ਆਧਾਰ ਹੈ, ਉਹ ਜੀਵਨ ਦਾ ਆਧਾਰ ਹੈ। ਅਤੇ ਫਿਰ ਅੱਗੇ ਹੋਰ ਕੀ ਹੈ ਜੀ? ਵੈਰਾਗ ਹੈ। ਸਾਧ ਸੰਗਤ ਦੇ ਵਿੱਚ ਵੈਰਾਗ ਵੀ ਮਿਲਦਾ ਹੈ। ਵੈਰਾਗ ਵੀ ਮਨੁੱਖਾ ਜੀਵਨ ਦੇ ਵਿੱਚ ਬੜਾ ਸੰਗਤ ਜੀ ਜ਼ਰੂਰੀ ਹੈ। ਜਿਹੜਾ ਮਨੁੱਖ ਹਰ ਸਮੇਂ ਕਹਿ ਲਓ ਚੌੜਦਾਈਆਂ ਹੀ ਕਰੀ ਜਾਵੇ, ਉਹ ਮਨੁੱਖ ਸਮਾਜ ਵਿੱਚ, ਪਰਿਵਾਰ ਵਿੱਚ ਚੰਗਾ ਜਿਹਾ ਨਹੀਂ ਲੱਗਦਾ। ਜਿੱਥੇ ਕਹਿ ਲਓ ਸਾਰੇ ਪਰਿਵਾਰ ਵਾਲੇ ਕੋਈ ਬੜੀ ਗੰਭੀਰ ਮਸਲੇ 'ਤੇ ਵਿਚਾਰ ਕਰਦੇ ਹੈ, ਉੱਥੇ ਹੁਣ ਬੰਦਾ ਕੋਈ ਆਪਣੀਆਂ ਆ ਕਰਕੇ ਅਤੇ ਚੌੜਤਾਈਆਂ ਜਿਹੀਆਂ ਕਰੀ ਜਾਵੇ, ਉਹ ਫਿਰ ਕੀ ਕਰਦਾ? ਝਿੜਕਾਂ ਖਾਂਦਾ ਹੈ। ਜਿਵੇਂ ਕੁਝ ਮਾਂ ਬਾਪ ਬੈਠੇ ਕੋਈ ਸਲਾਹ ਕਰਦੇ, ਬੱਚੇ ਆ ਕੇ ਤੋਂ ਆਪਣੇ ਸੁਭਾਅ ਦੇ ਨਾਲ ਉੱਥੇ ਹੁਣ ਰੌਲਾ ਜਿਹਾ ਪਾਈ ਜਾਣ, ਉਹ ਫਿਰ ਝਿੜਕਾਂ ਖਾ ਲੈਂਦੇ ਹਨ। ਤੋ ਜ਼ਿੰਦਗੀ ਦੇ ਵਿੱਚ ਵੈਰਾਗ ਵੀ ਚਾਹੀਦਾ ਹੈ। ਵੈਰਾਗ ਦਾ ਅਰਥ ਹੈ ਸੰਗਤ ਜੀ ਇੱਕ ਤਾਂ ਕਹਿ ਲਓ ਕਿ ਬੜੀ ਗੰਭੀਰਤਾ ਵਾਲੀ ਬਿਰਤੀ। ਵੈਰਾਗ ਦਾ ਅਰਥ ਹੁੰਦਾ ਹੈ ਜੋ ਮੋਹ ਦਾ ਤਿਆਗ ਅੰਦਰੋਂ ਹੋ ਜਾਣਾ। ਵੈਰਾਗ ਇਹਨੂੰ ਨਹੀਂ ਕਹਿੰਦੇ ਵੀ ਅੱਖਾਂ ਵਿੱਚੋਂ ਹੰਝੂ ਆ ਗਏ ਅਤੇ ਇਹਨੂੰ ਕਹਿ ਲਓ ਵੀ ਇਹ ਬੜਾ ਵੈਰਾਗੀ ਹੈ। ਨਹੀਂ, ਅੱਖਾਂ ਵਿੱਚੋਂ ਹੰਝੂ ਤਾਂ ਸੰਗਤ ਜੀ ਬਿਨਾਂ ਹੀ ਕਿਸੇ ਦੁੱਖ ਦੇ ਵੀ ਆ ਜਾਂਦੇ। ਉਹ ਤਾਂ ਹੱਸ ਕੇ ਵੀ ਕਈਆਂ ਦੇ ਹੰਝੂ ਆ ਜਾਂਦੇ, ਅੱਖ 'ਚ ਕੁਝ ਪੈ ਜਾਵੇ ਤਾਂ ਵੀ ਹੰਝੂ ਆ ਜਾਂਦੇ ਅੱਖਾਂ ਵਿੱਚੋਂ, ਅਤੇ ਬੰਦਾ ਕੋਈ ਝਿੜਕ ਦੇਵੇ ਤਾਂ ਵੀ ਆ ਜਾਂਦੇ, ਕੋਈ ਮਾਰ ਦੇਵੇ ਤਾਂ ਵੀ ਹੰਝੂ ਅੱਖਾਂ 'ਚੋਂ ਆ ਜਾਂਦੇ ਨੇ। ਅਤੇ ਬੁਢੇਪੇ ਵਿੱਚ ਤਾਂ ਉੱਦਾਂ ਹੀ ਸੰਗਤ ਜੀ ਪਾਣੀ ਨਿਕਲੀ ਜਾਂਦਾ ਅੱਖਾਂ ਵਿੱਚੋਂ। ਤੋ ਇੱਦਾਂ ਅੱਖਾਂ ਵਿੱਚੋਂ ਹੰਝੂ ਆਉਣ ਦਾ ਨਾਮ ਕੋਈ ਵੈਰਾਗ ਨਹੀਂ ਹੁੰਦਾ ਹੈ। ਵੈਰਾਗ ਇੱਕ ਅੰਦਰ ਹਿਰਦੇ ਦੀ ਅਵਸਥਾ ਹੈ, ਜਿੱਥੇ ਸੰਸਾਰ ਦਾ
ਆ ਸਾਰੇ ਪਦਾਰਥਾਂ ਦਾ ਮੋਹ ਛੁੱਟ ਜਾਵੇ। ਬ੍ਰਹਮ ਲੋਕ ਲਓ ਭੋਗ ਜਾਓ, ਕਾਕ ਬਿਸ਼ਟ ਸੰਗ ਤਿਆਗ। ਆ ਦੁਨੀਆ ਦੇ ਕੀ ਸਵਰਗਾਂ ਆਦਿਕਾਂ ਦੇ ਵੀ ਜਿਹੜੇ ਪਦਾਰਥ ਨੇ ਉਹ ਕਾਂ ਦੀ ਵਿੱਠ ਦੇ ਵਾਂਗ ਜਾਣ ਕੇ ਨਿਕੰਮੇ ਦੇ ਤਿਆਗ ਦੇ ਨੇ ਅੰਦਰੋਂ। ਉਹਨੂੰ ਹੀ ਸਾਧ ਸੰਗਤ ਜੀ ਵਿਰਾਗ ਕਿਹਾ ਜਾਂਦਾ ਹੈ ਵੀ ਇਹ ਹੁਣ ਮਨੁੱਖ ਵਿਰਾਗੀ ਹੋ ਗਿਆ। ਕੁਝ ਵੀ ਚੀਜ਼ ਜਿੱਥੇ ਦੁਨੀਆ ਦਾ ਪਦਾਰਥ ਦੀ ਖਿੱਚ ਨਾ ਰਹਿਣੀ, ਰਹਿਣਾ ਪਦਾਰਥਾਂ 'ਚ ਹੀ ਹੈ ਪਰ ਅੰਦਰ ਪਕੜ ਕੋਈ ਨਾ ਰਹਿ ਜਾਣੀ। ਰਹਿਣਾ ਗ੍ਰਸਤੀ ਜ਼ਿੰਦਗੀ 'ਚ ਪਰਿਵਾਰ 'ਚ ਹੈ ਪਰ ਅੰਦਰ ਪਕੜ ਕੋਈ ਨਹੀਂ ਹੈ। ਜਿਵੇਂ ਮਹਾਰਾਜ ਕਹਿੰਦੇ ਨੇ ਵਿੱਚੇ ਗ੍ਰਹਿ ਸਦਾ ਰਹਿ ਉਦਾਸੀ, ਜਿਉ ਕਮਲ ਰਹਿ ਵਿੱਚ ਪਾਣੀ ਹੈ। ਗ੍ਰਸਤੀ ਬਣ ਜਾਣਾ ਤਾਂ ਕੋਈ ਔਖਾ ਨਹੀਂ ਹੈ ਪਰ ਗ੍ਰਸਤੀ ਨੂੰ ਸਮਝਣਾ, ਅਸਲ ਵਿੱਚ ਗ੍ਰਸਤੀ ਜ਼ਿੰਦਗੀ ਬੜਾ ਸਮਝ ਦਾ ਵਿਸ਼ਾ ਹੈ। ਆਪਾਂ ਕੇਵਲ ਖਾਣ ਪੀਣ ਪਹਿਨਣ ਭੋਗਣ ਨੱਚਣ ਟੱਪਣ ਤੱਕ ਹੀ ਸਮਝ ਰਿਹਾ ਵੀ ਘਰੇ ਹੀ ਗ੍ਰਸਤੀ ਹੁੰਦੀ ਹੈ। ਇਹ ਮੂਰਖਪੁਣਾ ਹੁੰਦਾ ਹੈ, ਇਹਨੂੰ ਸਿਆਣਪਣੀ ਕਹਿੰਦੇ ਹਾਂ। ਤੋ ਗ੍ਰਸਤੀ ਜ਼ਿੰਦਗੀ ਬੜਾ ਸਮਝਦਾਰੀ ਦਾ ਵਿਸ਼ਾ ਹੈ। ਆਪਾਂ ਦੇਖਿਆ ਨਹੀਂ ਕਈ ਵਾਰੀ ਉਹੀ ਲੜਕਾ ਹੁੰਦਾ, ਦੇਖ ਲਓ ਜਦੋਂ ਕਿਤੇ ਬਾਹਰ ਅੰਦਰ ਆਉਂਦਾ ਤੇ ਲੋਕ ਉਹਦਾ ਮਜ਼ਾਕ ਕਰਦੇ, ਘਰ ਦੇ ਵੀ ਉਹਨੂੰ ਛੇੜਦੇ, ਬਾਹਰ ਜਾਂਦਾ ਦੋਸਤ ਮਿੱਤਰ ਵੀ ਮਜ਼ਾਕ ਕਰਦੇ, ਪਰ ਜਦੋਂ ਵਿਆਹਿਆ ਜਾਂਦਾ ਹੈ ਉਸ ਸਮੇਂ ਉਹੀ ਪਰਿਵਾਰ ਵਾਲੇ, ਉਹੀ ਦੋਸਤ ਮਿੱਤਰ ਕਿਸ ਤਰੀਕੇ ਨਾਲ ਉਹਦਾ ਸਤਿਕਾਰ ਕਰਦੇ। ਇਹਦਾ ਭਾਵ ਕੀ ਹੈ ਵੀ ਇੱਕ ਪੱਖੋਂ ਤਾਂ ਆਪਾਂ ਇੰਨੀ ਕੁ ਗੱਲ ਤਾਂ ਸਮਝਦੇ ਹਾਂ ਕਿ ਜਦੋਂ ਬੰਦਾ ਗ੍ਰਸਤੀ ਹੋ ਜਾਂਦਾ ਤਾਂ ਉਹ ਸਮਝਦਾਰ ਇਨਸਾਨ ਬਣ ਜਾਂਦਾ ਹੈ। ਤੋ ਗ੍ਰਸਤੀ ਜ਼ਿੰਦਗੀ ਸਮਝਦਾਰੀ ਦਾ ਵਿਸ਼ਾ ਸੀ ਪਰ ਨਾ ਇੱਥੇ ਪਤਨੀ ਸਮਝੀ ਤੇ ਨਾ ਪਤੀ ਸਮਝਿਆ। ਉਹ ਆਪਣੇ ਰੰਗਾਂ ਵਿੱਚ ਤੋਂ ਆਪਣੇ ਰੰਗਾਂ ਦੇ ਵਿੱਚ ਮਸਤ ਨੇ ਦੋਨੇ ਜਾਣੇ। ਉਹ ਬਸ ਇਹ ਇਸਤਰੀ ਪੁਰਖ ਹੈ, ਉਹ ਮਹਾਰਾਜ ਜਿਵੇਂ ਬਾਣੀ 'ਚ ਦੱਸਿਆ ਹੋਇਆ, ਭਾਵੇਂ ਆਉ ਕਥਾਊ ਜਾਹੀ। ਉਹ ਕਹਿੰਦੇ ਬਸ ਦਮੜਿਆਂ ਦਾ ਮੁੱਲ ਪੈ ਗਿਆ ਵੀ ਸਾਨੂੰ ਪੈਸੇ ਚਾਹੀਦੇ, ਜਿੱਥੋਂ ਆਇਆ ਕਿੱਥੇ ਚਲਾ ਗਿਆ ਕਿ ਇਹਦੀ ਕੋਈ ਪੁੱਛ ਗਿੱਛ ਨਹੀਂ ਹੁਣ ਤਾਂ ਰਹਿ ਗਈ। ਇਹ ਸੁਭਾਅ ਬਣ ਗਏ ਨੇ। ਤੋ ਗ੍ਰਸਤੀ ਜ਼ਿੰਦਗੀ ਇੱਕ ਬੜਾ ਸਮਝਦਾਰੀ ਦਾ ਵਿਸ਼ਾ ਸੀ। ਇਹ ਸਾਨੂੰ ਸਮਝ ਗੁਰੂ ਨੇ ਦੇਣੀ ਸੀ, ਸੰਗਤ ਵਿੱਚੋਂ ਮਿਲਣੀ ਸੀ, ਜਿੱਥੇ ਵਾਸਤੇ ਆਪਾਂ ਆਪਣੀ ਜ਼ਿੰਦਗੀ 'ਚ ਸਮਾਂ ਹੀ ਨਹੀਂ ਰੱਖਿਆ ਅਤੇ ਫਿਰ ਕਿੱਥੋਂ ਇਹ ਸਮਝਾਂ ਪੈ ਜਾਣ ਭਾਈ। ਤੋ ਇਹ ਹੁਣ ਜ਼ਿੰਦਗੀ ਗ੍ਰਸਤੀ ਦੇ ਵਿੱਚ ਵਿਰਾਗ ਬੜਾ ਜ਼ਰੂਰੀ ਹੈ। ਇੱਕ ਵਿਰਾਗ ਭਾਵ ਵੀ ਰਹਿਣਾ ਗ੍ਰਸਤ ਪਰਿਵਾਰ 'ਚ ਹੈ ਪਰ ਉਹ ਪਰਿਵਾਰ ਦੀ ਪਕੜ ਨਹੀਂ ਰੱਖਣੀ, ਕਿਉਂਕਿ ਇੰਨਾ ਸਾਨੂੰ ਵਿਸ਼ਵਾਸ ਹੈ, ਪਤਾ ਯਕੀਨ ਹੋਣਾ ਚਾਹੀਦਾ ਕਿ ਇੱਕ ਨਾ ਇੱਕ ਦਿਨ ਇਹਨਾਂ ਦਾ ਵਿਛੋੜਾ ਪੈ ਜਾਣਾ ਮੇਰੇ ਕੋਲੋਂ, ਜਾਂ ਮੇਰਾ ਇਹਨਾਂ ਨਾਲੋਂ ਵਿਛੋੜਾ ਪੈ ਜਾਣਾ। ਇਹ ਗੱਲ ਬਿਲਕੁਲ ਸੱਚੀ ਹੈ, ਜਾਣਾ ਪੈਣਾ ਇੱਕ ਦਿਨ ਵਿਛੜ ਕੇ। ਤਾਂ ਜੇ ਪਕੜ ਬਹੁਤੀ ਰੱਖ ਲਈ ਫਿਰ ਦੁੱਖ ਬੜਾ ਹੋਵੇਗਾ, ਅਤੇ ਜੇ ਪਕੜ ਨਾ ਰਹੀ ਫਿਰ ਸੰਗਤ ਦੀ ਦੁੱਖ ਨਹੀਂ ਕੋਈ ਹੁੰਦਾ। ਰੱਬ ਦਾ ਫਿਰ ਭਾਣਾ ਆਪਾਂ ਕਹਿ ਦਿੰਦੇ ਵੀ ਹਾਂ ਪਰਮਾਤਮਾ ਦਾ ਭਾਣਾ ਹੋ ਗਿਆ। ਪਰ ਜੇਕਰ ਆਪਾਂ ਹੁਣ ਫਸ ਕੇ ਬੈਠੇ ਹੋਏ ਹਾਂ ਫਿਰ ਤਾਂ ਭਾਈ ਚੀਕ ਚਿਹਾੜਾ ਪੈਂਦਾ ਪੂਰਾ। ਪਰ ਜੇ ਗੁਰਮੁਖ ਨੇ ਉਹ ਫਿਰ ਪਰਮਾਤਮਾ ਦਾ ਭਾਣਾ ਮੰਨਦੇ ਆ, ਕਿਉਂਕਿ ਉਹ ਰਹੇ ਹੀ ਪਹਿਲਾਂ ਕਮਲ ਦੇ ਫੁੱਲ ਵਾਂਗ ਹੈ, ਪਾਣੀ 'ਚ ਰਹਿੰਦਾ, ਪਾਣੀ 'ਚ ਜੰਮਦਾ, ਪਾਣੀ 'ਚ ਪਲਦਾ, ਪਾਣੀ 'ਚ ਖੇਡਦਾ, ਪਰੰਤੂ ਪਾਣੀ ਦੀਆਂ ਬੂੰਦਾਂ ਉੱਤੇ ਠਹਿਰ ਨਹੀਂ ਸਕਦੀਆਂ, ਇੰਨੀ ਉਹਦੇ ਵਿੱਚ ਨਿਰਮਲਤਾ ਹੈ। ਇਸੇ ਤਰ੍ਹਾਂ ਰਹਿਣਾ ਤਾਂ ਗ੍ਰਸਤੀ 'ਚ ਹੀ ਹੈ ਪਰ ਗ੍ਰਸਤ 'ਚ ਰਹਿੰਦਿਆਂ ਹੋਇਆਂ ਜਿਹੜੀ ਗ੍ਰਸਤ ਦੀ ਪਕੜ ਹੈ ਨਾ ਉਹ ਤੋਂ ਪਾਸੇ ਹੋ ਕੇ ਰਹਿਣਾ। ਇਹ ਹੁਣ ਪਕੜ ਗ੍ਰਸਤੀ ਤੋਂ ਪਾਸੇ ਹੋਇਆ ਕਿਵੇਂ ਜਾਵੇ? ਉਹ ਹੈ ਸਾਧਨ ਇੱਕ ਵੈਰਾਗ। ਇਹ ਮਿਲਦਾ ਕਿੱਥੋਂ ਜੀ ਵੈਰਾਗ? ਹਰ ਕਹਿੰਦੇ ਸਾਧ ਸੰਗਤ ਵਿੱਚੋਂ। ਇਹ ਸਾਧ ਸੰਗਤ ਦੇ ਵਿੱਚੋਂ ਹੀ ਮਿਲਣਾ ਸੀ ਵੈਰਾਗ, ਸਹਿਜੇ ਹੀ ਵਿਰਾਗ ਪ੍ਰਾਪਤ ਹੋ ਜਾਣਾ ਸੀ ਸੰਗਤ ਵਿੱਚੋਂ। ਤੋ ਏਡੇ ਵੱਡੇ ਗੁਣ ਹੈ ਭਾਈ ਸਾਧ ਸੰਗਤ ਦੇ ਵਿੱਚ। ਫਿਰ ਸੁਣੀਏ ਆਪਾਂ ਤੁਕ ਦੁਬਾਰਾ, ਸਾਨੂੰ ਸਮਝ ਪਵੇ ਕੀ ਕੁਝ ਮਿਲਦਾ ਸਾਧ ਸੰਗਤ ਵਿੱਚੋਂ। ਸਾਧ ਸੰਗਤ ਭਉ ਭਾਉ ਸਹਿਜ ਬੈਰਾਗ ਹੈ। ਇੱਕ ਭਉ, ਦੂਜਾ ਭਾਉ, ਤੀਜਾ ਸਹਿਜ, ਚੌਥਾ ਬੈਰਾਗ। ਇਹ ਚਾਰੇ ਚੀਜ਼ਾਂ ਸੰਗਤ ਵਿੱਚੋਂ ਸਾਨੂੰ ਪ੍ਰਾਪਤ ਹੋ ਰਹੀਆਂ ਨੇ। ਅਤੇ ਦੇਖੋ ਆਪਾਂ ਹੁਣੇ ਸੁਣ ਗਿਆ, ਸਾਰੀਆਂ ਦੀ ਵਿਆਖਿਆ ਸੁਣ ਲਈ ਕਿ ਇਹ ਕਿੰਨੀਆਂ ਜ਼ਰੂਰੀ ਨੇ ਸਾਡੀ ਜੀਵਨ ਦੀ ਸਫਲਤਾ ਵਾਸਤੇ। ਤੋ ਇਹ ਸੰਗਤ ਵਿੱਚੋਂ ਸਾਨੂੰ ਸਹਿਜੇ ਮਿਲਣੀਆਂ ਨੇ। ਤੋ ਫਿਰ ਕਿਵੇਂ ਕਹੀਏ ਜੀ ਸੰਗਤ ਜਿਹੜੀ ਇਹ ਵੀ ਨਹੀਂ ਕਰਨੀ ਚਾਹੀਦੀ? ਸੰਗਤ ਦੇ ਵਿੱਚੋਂ ਇਹ ਸਾਰੀਆਂ ਚੀਜ਼ਾਂ ਮਿਲਦੀਆਂ ਹਨ, ਸਾਧ ਸੰਗਤ ਵਿੱਚ ਪਹੁੰਚ ਕੇ ਮਿਲਦੀਆਂ ਹਨ। ਫਿਰ ਹੋਰ ਅੱਗੇ ਸੁਣੀਏ ਆਪਾਂ ਹੋਰ ਕੀ ਕੁਝ ਮਿਲਿਆ ਹੈ। ਗੁਰਮੁਖ ਸਹਿਜ ਸੁਭਾਉ ਸੁਰਤ ਸੋ ਜਾਗ ਹੈ। ਗੁਰਮੁਖਾਂ ਨੂੰ ਭਾਈ ਸਹਿਜ ਸੁਭਾਉ ਪ੍ਰਾਪਤ ਹੋ ਜਾਂਦਾ ਸੰਗਤ ਵਿੱਚੋਂ ਆ ਕੇ। ਫਿਰ ਗੁਰਮੁਖਾਂ ਦੀ ਜਿਹੜੀ ਸੁਰਤ ਹੈ ਉਹ ਜਾਗ ਪੈਂਦੀ ਹੈ ਸੰਗਤ ਵਿੱਚ ਆ ਕੇ। ਜੋ ਸੁਰਤ ਨੂੰ ਜਾਗ ਦੇ ਅਰਥ ਦੋ ਆਪਾਂ ਕਰਦੇ ਹੁੰਦੇ ਹਰ ਵਾਰੀ।
ਇੱਕ ਤਾਂ ਜਾਗ ਦਾ ਅਰਥ ਹੈ ਜਿਵੇਂ ਦੁੱਧ ਨੂੰ ਜਾਗ ਲਾਈ ਦੀ, ਉਹਨੂੰ ਵੀ ਜਾਗ ਲਾਉਣਾ ਕਹਿੰਦੇ ਨਾ, ਉਹ ਜੰਮ ਜਾਂਦਾ ਫਿਰ। ਅਤੇ ਦੂਜਾ ਜਾਗ ਦਾ ਅਰਥ ਹੁੰਦਾ ਜਾਗਣਾ, ਸੁੱਤੇ ਪਏ ਆ ਉੱਠ ਗਏ, ਇਹਨੂੰ ਜਾਗਣਾ ਕਹਿ ਦਿੰਦੇ ਨੇ। ਇੱਦਾਂ ਜਿਹੜੀ ਗੁਰਮੁਖਾਂ ਦੀ ਸੁਰਤ ਹੈ, ਇੱਥੇ ਦੋਵੇਂ ਅਰਥ ਲਾ ਲਈਏ ਆਪਾਂ, ਉਹਨੂੰ ਜਾਗ ਲੱਗ ਗਈ ਹੈ ਪਰਮਾਤਮਾ ਦੇ ਨਾਮ ਦੀ। ਹੁਣ ਦੂਜਾ ਜਾਗ ਪਈ ਹੈ ਗੁਰਮੁਖਾਂ ਦੀ ਸੁਰਤ ਪਰਮਾਤਮਾ ਦੇ ਸਿਮਰਨ ਦੇ ਵਿੱਚ। ਹੁਣ ਤੋ ਇੱਦਾਂ ਇਹ ਕਿੱਥੋਂ ਮਿਲਿਆ? ਇਹ ਵੀ ਸੰਗਤ ਵਿੱਚ ਹੀ ਹੈ। ਸੁਰਤ ਕਿੱਥੇ ਜਾਗਣੀ ਹੈ? ਇਹ ਵੀ ਸੰਗਤ ਵਿੱਚੋਂ ਜਾਗਣੀ ਹੈ। ਪਰ ਜਾਗਣ ਤੋਂ ਪਹਿਲਾਂ ਜੋ ਉੱਤੇ ਪਹਿਲੇ ਆਪਾਂ 4 ਸਿੱਖ ਕੇ ਆਏ ਹਾਂ ਚੀਜ਼ਾਂ, ਉਹ ਪਹਿਲਾਂ ਜ਼ਰੂਰੀ ਹੈ। ਜਦੋਂ ਉਹ 4 ਆ ਗਈਆਂ, ਭਾਉ ਸਹਿਜ ਅਤੇ ਵਿਰਾਗ ਆ ਗਿਆ, ਫਿਰ ਸੁਰਤ ਅੰਦਰ ਜਾਗਦੀ ਹੈ। ਇਹ ਵੀ ਸਾਧ ਸੰਗਤ ਵਿੱਚੋਂ ਸਾਨੂੰ ਪ੍ਰਾਪਤ ਹੁੰਦਾ ਹੈ। ਹੋਰ ਕੀ ਕੁਝ ਮਿਲਦਾ ਸੰਗਤ ਵਿੱਚੋਂ ਜੀ? ਮਧੁਰ ਬਚਨ ਆਲਾਓ ਹਉਮੈ ਤਿਆਗ ਹੈ। ਮਧੁਰ ਬਚਨ, ਸੰਗਤ ਦੇ ਵਿੱਚੋਂ ਸਾਨੂੰ ਮਿੱਠੇ ਮਿੱਠੇ ਬੋਲ ਸਿੱਖਣ ਨੂੰ ਮਿਲਦੇ ਆ, ਮਿੱਠੇ ਮਿੱਠੇ ਬੋਲ ਸੁਣਨ ਨੂੰ ਮਿਲਦੇ ਹਨ। ਅਤੇ ਗੁਰਮੁਖ ਜਨ ਸਾਧ ਸੰਗਤ ਦੇ ਵਿੱਚ ਆ ਕੇ ਮਧੁਰ ਬਚਨ ਆਲਾਓ, ਆਲਾਓ ਦਾ ਅਰਥ ਹੈ ਬੋਲਣਾ, ਬੋਲਦੇ ਹੈ ਮਿੱਠੇ ਬਚਨ। ਫਿਰ ਹਉਮੈ ਤਿਆਗ ਹੈ, ਹਉਮੈ ਦਾ ਤਿਆਗ ਕਰਦੇ ਆ। ਮਿੱਠੇ ਬੋਲਾਂ ਕਰਕੇ ਸੰਗਤ ਦੀ ਪਰਿਵਾਰਕ ਰਿਸ਼ਤੇ ਮਜ਼ਬੂਤ ਹੁੰਦੇ, ਸਮਾਜਿਕ। ਇਸੇ ਤਰ੍ਹਾਂ ਜੇ ਗੁਰੂ ਅਤੇ ਪਰਮਾਤਮਾ ਨਾਲ ਰਿਸ਼ਤਾ ਮਜ਼ਬੂਤ ਕਰਨਾ, ਉੱਥੇ ਵੀ ਮਿੱਠੇ ਬੋਲਾਂ ਦੀ ਲੋੜ ਹੈ। ਕਿਉਂਕਿ ਮਹਾਰਾਜ ਕਹਿੰਦੇ ਨਾਨਕ ਫਿੱਕੈ ਬੋਲਿਐ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਐ ਫਿੱਕੇ ਫਿੱਕੀ ਸੋਏ। ਫਿੱਕਾ ਮੂਰਖ ਆਖੀਐ ਪਾਣਾ ਲਹੈ ਸਜਾਏ, ਫਿੱਕਾ ਦਰਗਹਿ ਸੁੱਟੀਐ ਮੋਹ ਤੁੱਕਾ ਫਿੱਕੇ ਪਾਏ। ਜਿਹੜਾ ਫਿੱਕਾ ਬੋਲ ਬੋਲਦਾ ਹੈ, ਇੱਕ ਮਿੱਠਾ ਦੂਜਾ ਫਿੱਕਾ, ਬੇਰਸੀ ਵਾਲਾ ਕੌੜਾ। ਕਹਿੰਦੇ ਫਿੱਕੇ ਬੋਲ ਬੋਲਣ ਦੇ ਨਾਲ ਭਾਈ, ਫਿੱਕੇ ਬੋਲ ਬੋਲਣ ਨਾਲ ਇੱਕ ਤਾਂ ਮਨੁੱਖ ਆਪ ਵੀ ਫਿੱਕਾ ਹੀ ਹੋ ਜਾਂਦਾ, ਉਹਦੇ ਅੰਦਰ ਵੀ ਕੋਈ ਰਸ ਨਹੀਂ, ਬੇਰਸੀ ਭਰ ਜਾਂਦੀ ਹੈ। ਫਿੱਕੇ ਬੰਦੇ ਨੂੰ ਮੂਰਖ ਆਖੀਦਾ ਹੈ। ਫਿੱਕਾ ਬੰਦਾ ਤਾਂ ਜੁੱਤੀਆਂ ਦੀ ਸਜ਼ਾ ਝੱਲਦਾ ਹੈ, ਮੂੰਹ 'ਤੇ ਜੁੱਤੀਆਂ ਪੈਂਦੀਆਂ ਹਨ। ਫਿੱਕਾ ਬੰਦਾ ਰੱਬ ਦੀ ਦਰਗਾਹ ਵਿੱਚ ਵੀ ਪ੍ਰਵਾਨ ਨਹੀਂ ਹੁੰਦਾ ਹੈ, ਉੱਥੋਂ ਵੀ ਸੁੱਟ ਦਿੱਤਾ ਜਾਂਦਾ ਹੈ। ਇਹ ਇੰਨਾ ਨੁਕਸਾਨ ਮਿਲ ਜਾਂਦਾ ਫਿੱਕੇ ਬੋਲ ਬੋਲਣ ਕਰਕੇ। ਤਾਂ ਕਰਕੇ ਫਿਰ ਮਿੱਠੇ ਬੋਲ ਬੋਲੀਏ। ਮਿੱਠੇ ਬੋਲਾਂ ਦੇ ਬੋਲਣੇ ਕਰਕੇ ਪਰਮਾਤਮਾ ਦੀ ਦਰਗਾਹ ਦੇ ਵਿੱਚ ਵੀ ਭਾਈ ਸਾਨੂੰ ਆਦਰ ਮਾਣ ਮਿਲ ਜਾਂਦਾ ਹੈ। ਜਿਵੇਂ ਨੀਤੀ ਵਿੱਚ ਕਹਿੰਦੇ ਹੈ, ਮਿੱਠਾ ਬੋਲਣ ਤੇ ਸਦਾ ਓਦ ਤ੍ਰਿਮੋਦ ਤ੍ਰਿਭਾਉਣ। ਕਹਿੰਦੇ ਮਿੱਠਾ ਬੋਲਣ ਦੇ ਨਾਲ ਤਿੰਨਾਂ ਲੋਕਾਂ ਦੇ ਵਿੱਚ ਹੀ ਖੁਸ਼ੀ ਮਿਲਦੀ ਹੈ। ਤਾਂ ਤੇ ਮਿੱਠਾ ਬੋਲੀਏ ਜਾਂ ਮੈਂ ਕ੍ਰਿਪਣਤਾ ਕੌਣ। ਇਸ ਕਰਕੇ ਫਿਰ ਹਰ ਰੋਜ਼ ਹੀ ਮਿੱਠਾ ਬੋਲਿਆ ਕਰੀਏ ਆਪਾਂ, ਇਹਦੇ ਵਿੱਚ ਕੰਜੂਸੀ ਕਾਹਦੀ ਕਰਨੀ ਆਪਾਂ। ਤੋ ਇੱਦਾਂ ਭਾਈ ਮਿੱਠਾ ਬੋਲ, ਮਿੱਠੇ ਬੋਲ ਦੇ ਨਾਲ ਸਾਡਾ ਗੁਰੂ ਨਾਲ ਹੋਰ ਪ੍ਰੇਮ ਅਤੇ ਹੋਰ ਸਾਂਝ ਬਣ ਜਾਂਦੀ ਹੈ। ਕਿਉਂਕਿ ਮਹਾਰਾਜ ਕਹਿੰਦੇ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾ ਰਾਗਾ ਵਾਰ। ਜੇਕਰ ਬੰਦਾ ਕੋਈ ਆਪਣੇ ਬੋਲਾਂ ਨੂੰ ਵਿਗਾੜ ਲਵੇ, ਗੁਰੂ ਨੂੰ ਬੁਰਾ ਭਲਾ ਬੋਲੇ, ਅਤੇ ਮਹਾਰਾਜ ਕਹਿੰਦੇ ਫਿਰ ਮੂਰਖਾਂ ਸਿਰ ਮੂਰਖ ਆਖੀਦਾ ਹੈ। ਤੋ ਇਸ ਕਰਕੇ ਮਿੱਠੇ ਬੋਲਾਂ ਦੇ ਕਰਕੇ ਭਾਈ ਗੁਰੂ ਨਾਲ ਹੋਰ ਪ੍ਰੇਮ ਅਤੇ ਸਾਂਝ ਬਣ ਜਾਂਦੀ। ਤਾਂ ਕਰਕੇ ਇਹ ਮਿੱਠੇ ਬੋਲ ਬੋਲਣੇ ਕਿੱਥੋਂ ਮਿਲਦੇ ਹੈ? ਇਹ ਵੀ ਸਾਧ ਸੰਗਤ ਦੇ ਵਿੱਚੋਂ ਮਿਲਦੇ ਹਨ, ਗੁਰਮੁਖ ਇਹ ਬੋਲਦੇ ਹਨ। ਫਿਰ ਹਉਮੈ ਤਿਆਗ ਹੈ, ਅਤੇ ਸਾਧ ਸੰਗਤ ਦੇ ਵਿੱਚੋਂ ਹਉਮੈ ਦਾ ਤਿਆਗ ਹੋ ਜਾਂਦਾ। ਆਪਾਂ ਦੇਖਾਂਗੇ ਜਿਹੜੇ ਬੰਦੇ ਸੰਗਤ ਕਰਦੇ ਨਾ ਨਿੱਤ, ਅਤੇ ਜਿਹੜੇ ਬੰਦੇ ਸੰਗਤ ਨਹੀਂ ਕਰਦੇ, ਉਹਨਾਂ ਦੀ ਬੋਲ ਬਾਣੀ ਦਾ ਹੀ ਬੜਾ ਫਰਕ ਰਹਿ ਜਾਂਦਾ। ਜਿਹੜੇ ਸੰਗਤ ਕਰਦੇ ਹੈ ਉਹਨਾਂ ਦੇ ਬੋਲਾਂ ਦੇ ਵਿੱਚ ਕੁਝ ਸਪਸ਼ਟਤਾ ਆ ਜਾਂਦੀ, ਸਹਿਜ ਆ ਜਾਂਦਾ ਹੈ, ਕੁਝ ਸਤਿਕਾਰ ਭਾਵਨਾ ਹੁੰਦੀ ਹੈ। ਅਤੇ ਜਿਹੜੇ ਨਹੀਂ ਨਾ ਸੰਗਤ ਕਰਦੇ, ਉਹਦਾ ਕੁਹਾੜੇ ਵਾਂਗੂ ਬੋਲਦੇ ਨੇ, ਜਿਵੇਂ ਕੁਹਾੜੇ ਦਾ ਮੂੰਹ ਨਹੀਂ ਪੱਟਾ, ਇੱਦਾਂ ਹੀ ਕਹਿੰਦੇ ਉਹ ਫਿਰ ਬੋਲਦੇ ਹਨ ਆਪਣੇ ਮੂੰਹੋਂ ਬੋਲ। ਤੋ ਇੱਦਾਂ ਕਰਕੇ ਭਾਈ ਸੰਗਤ ਵਿੱਚੋਂ ਹੀ ਮਿੱਠੇ ਬੋਲਾਂ ਦੀ ਦਾਤ ਪ੍ਰਾਪਤ ਹੁੰਦੀ। ਸੰਗਤ ਵਿੱਚੋਂ ਹਉਮੈ ਦਾ ਤਿਆਗ ਹੋ ਜਾਂਦਾ। ਜਿਹੜੀ ਹਉਮੈ ਬੜਾ ਵੱਡਾ ਇੱਕ ਰੋਗ ਹੈ, ਹਉਮੈ ਦੀਰਘ ਰੋਗ ਹੈ। ਇਹ ਬੜਾ ਵੱਡਾ ਇੱਕ ਰੋਗ ਚੰਬੜਿਆ ਹੋਇਆ, ਇਹ ਜਿਸ ਦਾ ਕੋਈ ਦਾਰੂ ਦਵਾਈ ਨਹੀਂ ਹੋਰ। ਉਹ ਵੀ ਸੰਗਤ ਵਿੱਚੋਂ ਆ ਕੇ ਸਹਿਜੇ ਭਾਈ ਹਉਮੈ ਦਾ ਵੀ ਤਿਆਗ ਹੋ ਜਾਂਦਾ ਹੈ। ਹਉਮੈ ਕਾਹਦੀ? ਇੱਕ ਤਾਂ ਹੈ ਸਥੂਲ ਹਉਮੈ, ਇੱਕ ਹੁੰਦੀ ਸੂਖਸ਼ਮ ਹਉਮੈ। ਸਥੂਲ ਹਉਮੈ ਆ ਬਾਹਰੀ ਚੀਜ਼ਾਂ ਦੀ ਹਉਮੈ ਕਰ ਲੈਣੀ, ਸਰੀਰ ਦੀ ਹਉਮੈ ਹੋ ਗਈ, ਆ ਬਾਹਰਲੇ ਪਦਾਰਥਾਂ ਦੀ ਮੈਂ ਹੋ ਗਈ, ਮੇਰੇ ਕੋਲ ਇੰਨਾ ਧਨ, ਮੈਂ ਆਹ ਕੀਤਾ ਫਿਰ ਮੈਂ ਆਹ ਕੀਤਾ। ਜਿੱਥੇ ਬੈਠਦਾ ਬੰਦਾ ਉੱਥੇ ਆਪਣੇ ਕਸੀਦੇ ਗਾਉਣ ਲੱਗ ਪੈਂਦਾ ਵੀ ਜੇ ਮੈਂ ਨਾ ਹੁੰਦਾ ਤਾਂ ਆਹ ਨਹੀਂ ਹੋਣਾ ਸੀ, ਮੈਂ ਹੈਗਾ ਅਤੇ ਆਹ ਹੋ ਗਿਆ। ਇੱਦਾਂ ਕਰਕੇ ਉਹ ਸਥੂਲ ਹਉਮੈ ਹੈ।
ਤੇ ਕਈ ਬੰਦੇ ਜਿਹੜੇ ਹੁੰਦੇ ਚਲੋ ਇਹ ਹਉਮੈ ਤੋਂ ਬਚ ਜਾਂਦੇ, ਬਾਹਰ ਵਾਲੀ ਚੀਜ਼ ਨੂੰ ਜਲਾਉਂਦੇ ਨਹੀਂ, ਬਹੁਤ ਕਰਦੇ ਆ ਸੇਵਾ ਭਾਵਨਾ, ਪਰ ਅੰਦਰ ਫਿਰ ਹਉਮੈ ਹੁੰਦੀ, ਉਹ ਸੂਖਸ਼ਮ ਹਉਮੈ ਹੁੰਦੀ। ਉਹ ਸੂਖਸ਼ਮ ਜਿਹੜੀ ਹਉਮੈ ਹੈ ਉਹ ਬਹੁਤੀ ਜ਼ਿਆਦਾ ਖਤਰਨਾਕ ਹੁੰਦੀ, ਸਥੂਲ ਨਾਲੋਂ ਵੀ ਜ਼ਿਆਦਾ ਖਤਰਨਾਕ ਹੈ। ਜਿਵੇਂ ਜਿਹੜਾ ਤਾਂ ਜ਼ਖਮ ਸਰੀਰ 'ਤੇ ਪ੍ਰਗਟ ਹੋ ਗਿਆ ਉਹਦਾ ਤਾਂ ਇਲਾਜ ਹੋ ਜੇ, ਜਿਹੜਾ ਅੰਦਰ ਹੀ ਕੋਈ ਗੁੱਝਾ ਬੈਠਾ ਹੋਇਆ ਤਾਂ ਉਹ ਹੁਣ ਕੀ ਕਰੀ, ਉਹ ਜ਼ਿਆਦਾ ਖਤਰਨਾਕ ਹੈ ਨਾ। ਬਸ ਇਸੇ ਤਰ੍ਹਾਂ ਜਿਹੜੀ ਹਉਮੈ ਅੰਦਰ ਬਹਿ ਗਈ ਉਹ ਬਾਹਲੀ ਜ਼ਿਆਦਾ ਖਤਰਨਾਕ ਹੈ। ਪਰ ਇਹ ਸੰਗਤ ਵਿੱਚ ਆ ਕੇ ਜਿਹੜੀ ਅੰਦਰ ਸਾਡੇ ਹਉਮੈ ਦੀ ਮੈਲ ਸੀ, ਭਾਈ ਗੁਰਦਾਸ ਜੀ ਕਹਿੰਦੇ ਉਹ ਵੀ ਤਿਆਗੀ ਜਾਂਦੀ ਹੈ, ਸੰਗਤ ਉਹਨੂੰ ਵੀ ਸਾਫ਼ ਕਰ ਦਿੰਦੀ ਹੈ। ਸਤਿਗੁਰ ਮਤਿ ਪਰਥਾਉ ਸਦਾ ਅਨੁਰਾਗ ਹੈ। ਫਿਰ ਸੰਗਤ ਦੇ ਵਿੱਚ ਗੁਰੂ ਦੀ ਮੱਤ ਦਾ ਹੀ ਇੱਥੇ ਆਸਰਾ ਮਿਲਦਾ ਹੈ ਸਾਨੂੰ ਸੰਗਤ ਦੇ ਵਿੱਚ, ਕਿਉਂਕਿ ਹੋਰ ਦੂਜੀ ਮੱਤ ਜਿਹੜੀ ਹੈ ਉਹਦੀ ਗੱਲਬਾਤ ਕੋਈ ਨਹੀਂ ਕੀਤੀ ਜਾਂਦੀ। ਸੰਗਤ ਦੇ ਵਿੱਚ ਕੇਵਲ ਤੇ ਕੇਵਲ ਨਿਰੋਲ ਗੁਰਮਤਿ ਹੀ ਆਖੀ ਜਾਂਦੀ ਹੈ। ਤੋ ਸਾਧ ਸੰਗਤ ਦੇ ਵਿੱਚੋਂ ਹੋਰ ਸਾਨੂੰ ਕੀ ਮਿਲਿਆ, ਗੁਰੂ ਦੀ ਮੱਤ। ਇਹ ਗੁਰੂ ਦੀ ਮੱਤ ਦਾ ਪਰਥਾਉ ਨਾਮ ਹੈ ਆਸਰਾ, ਆਸਰਾ ਮਿਲਦਾ ਹੈ। ਔਰ ਸਦਾ ਅਨੁਰਾਗ, ਅਤੇ ਸਾਧ ਸੰਗਤ ਦੇ ਵਿੱਚ ਸਦਾ ਹੀ ਪ੍ਰੇਮ ਵਰਸਦਾ ਹੈ। ਗੁਰਮੁਖਾਂ ਨੂੰ ਸਦਾ ਹੀ ਇੱਥੋਂ ਪ੍ਰੇਮ ਹੀ ਪ੍ਰੇਮ ਪ੍ਰਗਟ ਹੁੰਦਾ ਹੈ। ਪਿਰਮ ਪਿਆਲੇ ਸਾਉ ਮਸਤਕ ਭਾਗ ਹੈ। ਅਤੇ ਫਿਰ ਇਹ ਸਾਧ ਸੰਗਤ ਦੇ ਵਿੱਚੋਂ ਭਾਈ ਪ੍ਰੇਮ ਦੇ ਪਿਆਲੇ ਮਿਲਦੇ ਨੇ, ਪ੍ਰੇਮ ਦੇ ਪਿਆਲਿਆਂ ਦਾ ਸਾਉ ਸਵਾਦ ਮਿਲਦਾ, ਗੁਰਮੁਖ ਲੈਂਦੇ ਨੇ। ਪਰ ਕਿਹਨਾਂ ਨੂੰ ਮਿਲਦਾ, ਮਸਤਕ ਭਾਗ, ਜਿਨ੍ਹਾਂ ਦੇ ਮੱਥੇ ਦੇ ਚੰਗੇ ਭਾਗ ਨੇ ਉਹਨਾਂ ਨੂੰ ਹੀ ਇਹ ਸਾਧ ਸੰਗਤ ਦੇ ਵਿੱਚੋਂ ਨਾਮ ਦਾ, ਬਾਣੀ ਦਾ ਇਹ ਸਵਾਦ ਆਉਣ ਲੱਗ ਪੈਂਦਾ ਹੈ। ਮੈਂ ਦੂਜੇ ਤਾਂ ਕਈ ਕਹਿ ਹੀ ਦਿੰਦੇ ਜੀ ਕੀ ਇਹ ਤਾਂ ਰੋਜ਼ ਰੋਜ਼ ਬੋਲਦੇ ਰਹਿੰਦੇ, ਪਰ ਜਿਹੜੇ ਗੁਰਮੁਖ ਹੁੰਦੇ ਹੈ ਭਾਈ ਉਹਨਾਂ ਨੂੰ ਸੰਗਤ ਵਿੱਚੋਂ ਹੀ ਆ ਕੇ ਸਵਾਦ ਆਉਂਦਾ, ਰਸ ਆਉਣਾ ਸ਼ੁਰੂ ਹੋ ਜਾਂਦਾ, ਜਿਨ੍ਹਾਂ ਦੇ ਮੱਥੇ ਦੇ ਚੰਗੇ ਭਾਗ ਹੁੰਦੇ। ਬ੍ਰਹਮ ਜੋਤ ਬ੍ਰਹਮਾਉ ਗਿਆਨ ਚਿਰਾਗ ਹੈ। ਜਿਹੜੀ ਬ੍ਰਹਮ ਜੋਤ ਹੈ ਸਾਰੇ ਬ੍ਰਹਿਮੰਡ ਦੇ ਵਿੱਚ ਹੀ ਫੈਲੀ ਹੋਈ ਹੈ, ਇਹ ਭਾਈ ਗੁਰਮੁਖਾਂ ਦੇ ਹਿਰਦੇ ਦੇ ਅੰਦਰ ਆ ਕੇ ਸਾਖਸ਼ਾਤ ਹੋ ਜਾਂਦੀ, ਅਤੇ ਗੁਰਮੁਖਾਂ ਦੇ ਹਿਰਦੇ ਦੇ ਅੰਦਰ ਗਿਆਨ ਦਾ ਚਿਰਾਗ ਦੀਵਾ ਬਲ ਜਾਂਦਾ ਹੈ। ਗਿਆਨ ਦਾ ਦੀਵਾ ਅੰਦਰ ਪ੍ਰਕਾਸ਼ ਆਉਂਦਾ ਸਾਧ ਸੰਗਤ ਦੇ ਵਿੱਚੋਂ। ਅੰਦਰ ਗੁਰਮਤਿ ਚਾਉ ਅਲਿਪਤ ਅਦਾਗ ਹੈ। ਫਿਰ ਸੰਗਤ ਕਰਨ ਵਾਲਿਆਂ ਦੇ ਅੰਦਰ ਗੁਰਮਤਿ ਆਉਣੇ ਕਰਕੇ ਸਦਾ ਹੀ ਚਾਅ ਚੜ੍ਹਿਆ ਰਹਿੰਦਾ ਹੈ। ਜਿਵੇਂ ਆਪਾਂ ਸੁਣਦੇ ਨਾ, ਮਹਾਰਾਜ ਕਹਿੰਦੇ ਵੀ ਜਿਹੜੇ ਗੁਰਮੁਖ ਪਿਆਰੇ ਹੁੰਦੇ ਨੇ ਉਹਨਾਂ ਦੇ ਮਨ ਦੇ ਵਿੱਚ ਸਦਾ ਹੀ ਖੇੜਾ ਹੁੰਦਾ ਅੰਮ੍ਰਿਤ ਵੇਲੇ ਦਾ। ਕਹਿੰਦੇ ਕਿ ਚੌਥੇ ਪਹਿਰ ਸੁਬਾਹਕ ਹੈ, ਸੁਰਤਿਆਂ ਉਪਜੈ ਚਾਉ, ਤਿਨਾਂ ਦਰਿਆਵਾਂ ਸਿਉ ਦੋਸਤੀ, ਮਨ ਮੁਖ ਸੱਚਾ ਨਾਉ। ਜਿਹੜੇ ਸੁਰਤੇ, ਜਿਹੜੇ ਜਾਗ ਪਏ ਨੇ ਗੁਰਮੁਖ ਨੇ, ਜਿਨ੍ਹਾਂ ਦੇ ਮੱਥੇ ਦੇ ਚੰਗੇ ਭਾਗ ਸੀ ਕਿਤੇ, ਅਤੇ ਉਹ ਕਹਿੰਦੇ ਕਿ ਚੌਥੇ ਪਹਿਰ ਸੁਬਾਹ, ਸੁਬਾਹ ਫਾਰਸੀ ਭਾਸ਼ਾ ਦੇ ਵਿੱਚ ਰਾਤਰੀ ਨੂੰ ਕਹਿ ਦਿੰਦੇ ਨੇ। ਉਹ ਕਹਿੰਦੇ ਜਦੋਂ ਰਾਤਰੀ ਦਾ ਚੌਥਾ ਪਹਿਰ ਹੋਵੇ ਅਤੇ ਉਸ ਸਮੇਂ ਜਿਹੜੇ ਗੁਰਮੁਖ ਨੇ ਉਹਨਾਂ ਦੇ ਮਨ ਦੇ ਵਿੱਚ ਚਾਅ ਅਤੇ ਖੇੜਾ ਆ ਜਾਂਦਾ ਹੈ। ਦਰਿਆਵਾਂ ਆਦਿਕਾਂ ਨਾਲ ਦੋਸਤੀ, ਉਹਨਾਂ ਦੀ ਮਿੱਤਰਤਾ ਕਿ ਭੱਜ ਕੇ ਜਾ ਕੇ ਇਸ਼ਨਾਨ ਕਰੀਏ, ਇਸ਼ਨਾਨ ਕਰਕੇ ਅਤੇ ਫਿਰ ਉਹ ਬਾਣੀ ਪੜ੍ਹਦੇ, ਨਾਮ ਜਪਦੇ ਨੇ। ਉਹਨਾਂ ਮਨ ਮੁਖ, ਮਨ ਵਿੱਚ ਵੀ ਅਤੇ ਮੁਖ ਵਿੱਚ ਵੀ ਸੱਚਾ ਨਾਉ, ਸੱਚੇ ਨਾਮ ਨੂੰ ਜਪਦੇ ਨੇ। ਇੱਦਾਂ ਭਾਈ ਉਹ ਗੁਰਮੁਖ ਜਿਹੜੇ ਹੈ ਉਹਨਾਂ ਦੇ ਮਨ 'ਚ ਚਾਅ ਚੜ੍ਹਿਆ ਹੁੰਦਾ ਵੀ ਫਲਾਣੀ ਥਾਂ 'ਤੇ, ਆਪਾਂ ਪੁਰਾਣੇ ਸਮੇਂ ਸੁਣੇ ਹੈ ਨਾ, ਦੇਖੋ ਹੁੰਦੇ ਸੀ ਵੀ ਫਲਾਣੀ ਥਾਂ 'ਤੇ ਮਹਾਂਪੁਰਖਾਂ ਦੀ ਦੀਵਾਨ ਹੈ, ਕਿੱਦਾਂ ਸੰਗਤਾਂ ਭੱਜੀਆਂ ਆਉਂਦੀਆਂ ਸੀ, ਟਰਾਲੀਆਂ ਭਰ ਭਰ ਕੇ ਜੀ ਮਹਾਂਪੁਰਸ਼ਾਂ ਦੇ ਦੀਵਾਨ ਸਜਣੇ ਹੈ ਅਤੇ ਜਾ ਕੇ ਉੱਥੇ ਆਪਾਂ ਸੰਗਤ ਕਰਨੀ ਹੈ। ਅਤੇ ਉੱਥੇ ਦੀਵਾਨਾਂ 'ਚ ਕੀ ਹੁੰਦਾ, ਗੁਰਮਤਿ ਸਮਾਗਮ ਲਿਖਿਆ ਹੁੰਦਾ ਸੀ ਨਾ ਫਲੈਕਸਾਂ 'ਤੇ, ਗੁਰਮਤਿ ਸਮਾਗਮ, ਵੀ ਉਹ ਗੁਰੂ ਦੀ ਮੱਤ ਦਾ ਸਮਾਗਮ ਹੈ। ਅਤੇ ਗੁਰੂ ਦੀ ਮੱਤ ਨੂੰ ਸੁਣਨ ਵਾਸਤੇ ਅੰਦਰ ਚਾਅ ਚੜ੍ਹਿਆ ਹੁੰਦਾ ਸੀ। ਸੰਗਤ ਵਹੀਰਾਂ ਕੱਢ ਕੇ ਆਉਂਦੀ ਸੀ। ਆਹ ਵਹੀਰਾਂ ਕੱਢ ਕੇ ਤਾਂ ਅੱਜ ਵੀ ਆਉਂਦੇ ਲੋਕ, ਪਰ ਉਹ ਗੁਰਮਤਿ ਨਹੀਂ ਸੁਣਨ ਪੜ੍ਹਨ ਵਾਸਤੇ ਆਉਂਦੇ। ਬਹੁਤੇ ਤਾਂ ਸਵਾਦ ਹੀ ਲਾਉਣ ਆ ਜਾਂਦੇ ਨੇ ਵੀ ਕਿੱਥੇ ਕੀ ਬਣਿਆ, ਕਿਹੜੇ ਲੰਗਰ ਵਿੱਚ ਕੀ ਚੱਲਦਾ, ਉਹ ਸਵਾਦਾਂ 'ਚ ਹੀ ਫਸ ਗਏ ਨੇ। ਦੀਵਾਨ ਲੱਗਦੇ ਸਨ ਵੀ ਸੰਗਤ ਇਕੱਠੀ ਹੋਵੇ, ਉਹਨਾਂ ਅੰਦਰ ਗੁਰਮਤਿ ਦਾ ਪ੍ਰਕਾਸ਼ ਹੋਵੇ, ਪਰ ਉਹ ਕੇਵਲ ਬਾਹਰਲੇ ਸਵਾਦਾਂ ਤੱਕ ਹੀ ਰਹਿ ਗਏ। ਉਹ ਗੁਰਮਤਿ ਵਾਲਾ ਚਾਅ ਰਸ ਲੈ ਨਾ ਸਕੇ, ਇਹ ਉਹਨਾਂ ਦੀ ਹਾਲਤ ਹੋ ਗਈ।
ਪਰ ਸਾਧ ਸੰਗਤ ਜਿਹੜੇ ਕਰਦੇ ਰਹਿੰਦੇ ਨਿੱਤ, ਉਹ ਭਾਈ ਇੱਥੋਂ ਸਾਧ ਸੰਗਤ ਦੇ ਵਿੱਚੋਂ ਗੁਰਮਤ ਮਿਲਦੀ ਅਤੇ ਉਹਨਾਂ ਨੂੰ ਨਿੱਤ ਗੁਰਮਤ ਲੈਣ ਦਾ ਚਾਅ ਚੜ੍ਹਿਆ ਰਹਿੰਦਾ ਹੈ। ਜਿਹੜੇ ਗੁਰਮੁਖ ਨੇ ਅਲਿਪਤ ਸੰਗਤ ਕਰਦਿਆਂ ਕਰਦਿਆਂ ਨਿਰਲੇਪ ਹੋ ਜਾਂਦੇ, ਦਾਗ ਤੋਂ ਰਹਿਤ ਹੋ ਜਾਂਦੇ, ਉਹਨਾਂ ਦੇ ਜੀਵਨ 'ਤੇ ਫਿਰ ਕੋਈ ਦਾਗ ਨਹੀਂ ਲੱਗਦਾ ਹੈ, ਉਹ ਕਲੰਕਿਤ ਨਹੀਂ ਹੁੰਦੇ ਹਨ। ਆਪਣਾ ਜੀਵਨ ਉੱਚਾ ਸੁੱਚੇ ਲੈ ਕੇ ਜਾਂਦੇ, ਜਿਵੇਂ ਬਾਬਾ ਮੱਘਰ ਸਿੰਘ ਸਾਹਿਬ ਜੀ ਮਹਾਂਪੁਰਖ ਆਦਿਕ ਆਪਣੇ ਜੀਵਨ ਨੂੰ ਅਦਾਗ ਲੈ ਕੇ ਗਏ, ਕਿਸੇ ਤਰ੍ਹਾਂ ਦਾ ਉਹਨਾਂ ਦੇ ਜੀਵਨ 'ਤੇ ਕੋਈ ਦਾਗ ਨਹੀਂ ਕਹਿ ਸਕਦਾ, ਉੱਚੇ ਸੁੱਚੇ ਹੋ ਕੇ ਗਏ ਨੇ, ਆਪ ਤਰੇ ਨੇ, ਅਨੇਕਾਂ ਨੂੰ ਹੋਰਾਂ ਨੂੰ ਵੀ ਉਹਨਾਂ ਨੇ ਤਾਰਿਆ, ਆਪਣਾ ਜੀਵਨ ਉੱਚਾ ਸੁੱਚਾ ਰੱਖਿਆ ਅਤੇ ਦੂਜਿਆਂ ਦਾ ਵੀ ਜੀਵਨ ਉੱਚਾ ਸੁੱਚਾ ਉਹਨਾਂ ਨੇ ਬਣਾ ਦਿੱਤਾ ਸੀ। ਤੋ ਇਹ ਸੰਗਤ ਵਿੱਚੋਂ ਮਿਲਿਆ। ਦਾਗ ਤੋਂ ਰਹਿਤ ਜਿਹੜਾ ਜੀਵਨ, ਇਹ ਬੜਾ ਮੁਸ਼ਕਿਲ ਹੈ। ਦਾਗ ਤੋਂ ਰਹਿਤ, ਕਿਸੇ ਦੇ ਜੀਵਨ 'ਤੇ ਕੋਈ ਦਾਗ ਨਾ ਹੋਵੇ, ਇਹ ਬੜਾ ਹੈ। ਤਾਂ ਜੇ ਤੇ ਬਹੁਤੀ ਕਿਤੇ ਗੁਰੂ ਦੀ ਬਖਸ਼ਿਸ਼ ਹੋਵੇ, ਉਹਦਾ ਇਹ ਜੀਵਨ ਭਾਈ ਬੇਦਾਗ ਹੁੰਦਾ ਹੈ, ਨਹੀਂ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਨਾ ਕੋਈ ਦਾਗ ਤਾਂ ਲੱਗ ਹੀ ਜਾਂਦਾ ਹੈ। ਪਰ ਜਿਹੜੇ ਸੰਗਤ ਕਰਦੇ ਰਹਿੰਦੇ ਨਿੱਤ, ਮਹਾਰਾਜ ਜੀ ਕਹਿੰਦੇ ਭਾਈ ਗੁਰਦਾਸ ਸਾਹਿਬ ਵੀ ਉਹ ਅਦਾਗ ਹੋ ਕੇ ਜਾਂਦੇ ਨੇ, ਉਹਨਾਂ ਨੂੰ ਕੋਈ ਵਿਸ਼ਿਆਂ ਦਾ ਦਾਗ ਨਹੀਂ ਲੱਗਦਾ। 20-21 ਚੜ੍ਹਾਓ ਸਦਾ ਸੁਹਾਗੁ ਹੈ, ਉਹਨਾਂ ਦਾ 20 ਵਿਸਵੇ ਦਾ ਭਾਈ 21ਵਾਂ ਇਹ ਚੜ੍ਹਾਓ ਚੜ੍ਹ ਗਿਆ ਹੈ। ਆ ਜਿਵੇਂ 20 ਵਿਸਵੇ ਦਾ ਸੰਗਤ ਜੀ ਵਿਗਾ ਹੋ ਜਾਂਦਾ ਨਾ ਪੂਰਾ ਇੱਕ, ਇੱਦਾਂ ਉਹਨਾਂ ਦੇ ਜੀਵਨ 20 ਵਿਸਵੇ ਭਾਵ ਪਰਿਪੂਰਨ ਹੋ ਗਏ ਹਨ। ਜਾਂ 20 ਵਿਸਵੇ ਤੋਂ ਭਾਵ ਹੈ ਵੀ 20 ਪਾਸਿਆਂ ਤੋਂ ਰੁਕ ਗਏ, 21 ਜਿਹੜਾ ਇੱਕ ਹੀ ਪਰਮਾਤਮਾ ਨਾਲ ਬਸ ਉਹਦੇ ਵਾਲੇ ਪਾਸੇ ਨੂੰ ਜੁੜ ਗਏ ਹਨ। ਜਾਂ 20 ਤੋਂ ਭਾਵ ਹੈ 5 ਕਰਮ ਇੰਦਰੇ, 5 ਗਿਆਨ ਇੰਦਰੇ ਅਤੇ 10 ਹੋ ਗਏ 10 ਹੀ ਇਹਨਾਂ ਦੇ ਵਿਸ਼ੇ ਨੇ ਆਪੋ ਆਪਣੇ। ਇਹਨਾਂ ਸਾਰਿਆਂ ਦੇ ਜਿਹੜੇ ਵਿੱਚ ਆਪਣੀ ਬਿਰਤੀ ਨੂੰ ਕੱਢ ਲਿਆ ਅਤੇ ਕੱਢ ਕੇ ਗੁਰਮੁਖਾਂ ਨੇ ਇੱਕ ਈਸ਼ਵਰ ਵਾਲੇ ਪਾਸੇ ਚੜ੍ਹਾਓ ਕਰ ਲਿਆ ਹੈ, ਜਿਹਦੇ ਕਰਕੇ ਸਦਾ ਸੁਹਾਗ, ਉਹਨਾਂ ਨੂੰ ਸਦਾ ਹੀ ਆਨੰਦ ਅੰਦਰ ਆਉਂਦਾ ਹੈ, ਖੇੜਾ ਹੀ ਖੇੜਾ ਜ਼ਿੰਦਗੀ 'ਚ ਆ ਜਾਂਦਾ। ਇੰਨਾ ਕੁਝ ਭਾਈ ਸਾਧ ਸੰਗਤ ਦੇ ਵਿੱਚ ਪਿਆ ਹੈ। ਇਹ ਕੁਝ ਗੁਰਮੁਖ ਸਾਧ ਸੰਗਤ ਦੀ ਹੱਟੀ ਤੋਂ ਇਹ ਸੌਦਾ ਗੁਣਾਂ ਦਾ ਖਰੀਦ ਕੇ ਲੈ ਕੇ ਜਾਂਦੇ ਅਤੇ ਆਪਣੇ ਜੀਵਨ ਨੂੰ ਸਫਲ ਬਣਾਉਂਦੇ ਹਨ। ਤੋ ਜਿਹੜੇ ਕੋਈ ਕਹਿ ਦਿੰਦਾ ਜੀ ਕੀ ਕਰਨਾ ਉੱਥੇ ਐਵੇਂ ਵਿਹਲੇ ਸੰਗਤ ਵਿੱਚ ਜਾ ਕੇ, ਪਰ ਸੰਗਤ ਦੇ ਵਿੱਚ ਭਾਈ ਗੁਰਦਾਸ ਜੀ ਨੂੰ ਪੁੱਛੋ ਨਾ ਕੀ ਕੁਝ ਹੈ ਸੰਗਤ ਵਿੱਚੋਂ ਮਿਲਦਾ। ਅੱਜ ਦੀ ਜਿਹੜੀ ਤੀਜੀ ਵਾਰ ਦੀ 13ਵੀਂ ਪੌੜੀ ਹੈ, ਇਹਦੇ ਵਿੱਚ ਭਾਈ ਗੁਰਦਾਸ ਸਾਹਿਬ ਨੇ ਦੱਸਿਆ ਕਿ ਸੰਗਤ ਵਿੱਚੋਂ ਕੀ ਕੁਝ ਮਿਲਦਾ, ਕਿਹਨਾਂ ਨੂੰ ਮਿਲਦਾ ਉਹ ਵੀ ਦੱਸ ਦਿੱਤਾ। ਜਿਨ੍ਹਾਂ ਦੇ ਮੱਥੇ 'ਤੇ ਚੰਗੇ ਭਾਗ ਜਾਗ ਪਏ, ਗੁਰਮੁਖ ਬਣ ਗਏ ਜਿਹੜੇ, ਉਹ ਇਹ ਸਾਰੀਆਂ ਚੀਜ਼ਾਂ ਲੈ ਜਾਂਦੇ ਨੇ। ਜਿਵੇਂ ਕਹਿ ਲਓ ਕਿ ਮਾਂ ਬਾਪ ਦਾ ਜਿਹੜਾ ਲਾਇਕ ਪੁੱਤਰ ਹੁੰਦਾ, ਉਹ ਜ਼ਮੀਨ ਦਾ ਤਾਂ ਚਾਹੇ ਜਿੰਨਾ ਭਾਗ ਮਿਲਣਾ ਤਾਂ ਵੰਡ ਉਸੇ ਹਿਸਾਬ ਨਾਲ ਮਿਲਦੀ ਹੈ, ਪਰ ਬਾਕੀ ਜੋ ਕੁਝ ਵੀ ਹੈ ਮਾਂ ਪਿਓ ਦੀਆਂ ਅਸ਼ੀਸਾਂ ਆਸ਼ੀਰਵਾਦ, ਉਹ ਸਾਰਾ ਕੁਝ ਉਹੀ ਬੱਚਾ ਲੈ ਕੇ ਜਾਂਦਾ ਜਿਹੜਾ ਮਾਂ ਬਾਪ ਦੀ ਆਗਿਆ ਦਾ ਪਾਲਣ ਕਰਦਾ ਹੈ। ਇੱਦਾਂ ਸੰਗਤ ਵਿੱਚ ਆਪਾਂ ਸਾਰੇ ਆਏ ਹਾਂ, ਪਰ ਸਾਡੇ ਵਿੱਚੋਂ ਜਿਹੜਾ ਗੁਰੂ ਕੀ ਆਗਿਆ ਦਾ ਪਾਲਣ ਬਹੁਤਾ ਕਰੇਗਾ, ਉਹ ਫਿਰ ਬਹੁਤੀਆਂ ਦਾਤਾਂ ਲੈ ਜਾਏਗਾ ਗੁਰੂ ਕੇ ਪਾਸੋਂ। ਤੋ ਇਹ ਸੰਗਤ ਵਿੱਚੋਂ ਸਾਨੂੰ ਇਹ ਚੀਜ਼ਾਂ ਮਹਾਰਾਜ ਕਹਿੰਦੇ ਸਹਿਜੇ ਪ੍ਰਾਪਤ ਹੋ ਜਾਂਦੀਆਂ ਹਨ। ਇਸੇ ਕਰਕੇ ਭਾਈ ਕਿਹਾ ਜਾਂਦਾ ਕਿ ਸੰਗਤ ਕਰਿਆ ਕਰੋ, ਸੰਗਤ ਬੜੀ ਜ਼ਰੂਰੀ ਹੈ। ਇਹ ਦੁਰਲੱਭ ਚੰਗੇ ਕੋਈ ਭਾਗ ਸੀ ਆਪਣੇ, ਜਿਹਦੇ ਕਰਕੇ ਇਹ ਸਾਨੂੰ ਪ੍ਰਾਪਤ ਹੋਇਆ ਸਮਾਂ। ਇੱਥੇ ਹੁਣ ਸਮਾਪਤੀ ਹੈ। ਫੁੱਲਾਂ ਚੁੱਕਾਂ ਦੀ ਹਿਮਾ।